Good morning, students. My name Dheeraj Sharma, science teacher, Government Senior Secondary School, Panoki, Kapurthala. Students, ਅੱਜ ਅਸੀਂ ਜਿਹੜਾ ਚੈਪਟਰ ਪੜ੍ਹਨਾ ਆ ਉਹ ਕਲਾਸ 10th ਨਾਲ ਰਿਲੇਟਡ ਸਬਜੈਕਟ ਸਾਇੰਸ ਚੈਪਟਰ ਫਸਟ ਉਸਦੇ ਅਸੀਂ ਕੁਐਸਚਨ ਆਨਸਰਸ ਬੱਚਿਓ ਅੱਜ ਅਸੀਂ ਦੇਖਨੇ। ਫਸਟ ਚੈਪਟਰ ਕੈਮੀਕਲ ਰਿਐਕਸ਼ਨ ਐਂਡ ਇਕੁਏਸ਼ਨਸ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨ, ਇਹ 10ਵੀਂ ਦਾ ਪਹਿਲਾ ਚੈਪਟਰ ਸਾਇੰਸ ਵਿਸ਼ੇ ਨਾਲ ਸੰਬੰਧਿਤ। ਇਸ ਦੇ ਬੱਚਿਓ ਅਸੀਂ ਅੱਜ ਕੁਐਸਚਨ ਆਨਸਰਸ ਦੇ ਬਾਰੇ ਚਰਚਾ ਕਰਾਂਗੇ। ਤਾਂ ਬੱਚਿਓ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ कि why do we store silver chloride in dark colored bottles? Silver chloride फार्मूला AgCl ਨੂੰ ਗੂੜੇ ਰੰਗ ਦੀਆਂ ਬੋਤਲਾਂ ਵਿੱਚ ਕਿਉਂ ਰੱਖਿਆ ਜਾਂਦਾ ਹੈ? ਤਾਂ ਬੱਚਿਓ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਆ ਗੂੜੇ ਰੰਗ ਮਤਲਬ ਬਰਾਊਨ ਰੰਗ ਦੀ ਇੱਕ ਬੋਟਲ ਆ। ਇੱਦਾਂ ਦੀਆਂ ਬੋਟਲਸ ਦੇ ਵਿੱਚ ਅਸੀਂ ਆਪਣੇ ਕੈਮੀਕਲਸ, ਕਾਫੀ ਸਾਰੇ ਹੋਰ ਕੈਮੀਕਲਸ ਵੀ ਸਟੋਰ ਕਰਕੇ ਰੱਖਦੇ ਆ। ਹੁਣ ਤੁਸੀਂ AgCl ਬਾਰੇ ਪਹਿਲੇ ਚੈਪਟਰ ਦੇ ਵਿੱਚ ਪੜ੍ਹਿਆ ਹੋਇਆ ਆ, ਤਾਂ AgCl ਨੂੰ ਵੀ, ਸਿਲਵਰ ਕਲੋਰਾਈਡ ਨੂੰ ਵੀ ਅਜਿਹੀਆਂ ਡਾਰਕ ਰੰਗ ਦੀਆਂ ਬੋਟਲਸ ਦੇ ਵਿੱਚ ਹੀ ਅਸੀਂ ਸਟੋਰ ਕਰਕੇ ਰੱਖਦੇ ਹਾਂ। ਹੁਣ ਪ੍ਰਸ਼ਨ ਇਹ ਹੈ ਕਿ ਅਸੀਂ ਇੱਦਾਂ ਦੀਆਂ ਡਾਰਕ ਬੋਟਲਸ ਦੇ ਵਿੱਚ ਕਿਉਂ ਸਟੋਰ ਕਰਦੇ ਹਾਂ? ਜੇਕਰ ਅਸੀਂ ਨਾ ਸਟੋਰ ਕਰੀਏ ਤਾਂ ਕੀ ਹੋਵੇਗਾ? ਤਾਂ ਬੱਚਿਓ, ਜੇਕਰ ਅਸੀਂ ਡਾਰਕ ਰੰਗ ਦੀਆਂ ਬੋਟਲਸ ਦੇ ਵਿੱਚ ਸਿਲਵਰ ਕਲੋਰਾਈਡ ਨੂੰ ਨਾ ਸਟੋਰ ਕੀਤਾ ਗਿਆ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਉਹ ਇੱਦਾਂ ਹੀ ਓਪਨਲੀ ਪਈਆਂ ਹੋਈਆਂ ਜਾਂ ਇੱਦਾਂ ਦੀ ਬੋਟਲਸ ਹੋਣਗੀਆਂ ਗਲਾਸ ਦੀਆਂ ਜਿਹਦੇ ਵਿੱਚ ਸਨਲਾਈਟ ਪਾਸ ਹੋ ਜਾਵੇਗੀ, ਤਾਂ ਸਿਲਵਰ ਕਲੋਰਾਈਡ ਜਿਹੜਾ ਆ ਉਹ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਸਾਨੂੰ ਪਤਾ ਬੇਟਾ ਉਹ ਟੁੱਟ ਜਾਂਦਾ ਆ, ਉਹ ਡਿਸੋਸ਼ੀਏਟ ਹੋ ਜਾਂਦਾ ਆ ਸਿਲਵਰ ਮੈਟਲ ਦੇ ਵਿੱਚ ਤੇ ਕਲੋਰੀਨ ਗੈਸ ਦੇ ਵਿੱਚ। ਕਲੋਰੀਨ ਗੈਸ ਤਾਂ ਚਲੋ ਉੜ ਜਾਵੇਗੀ ਤੇ ਜਿਹੜੀ ਸਿਲਵਰ ਧਾਤ ਜਿਹੜੀ ਬਣੀ ਆ ਸਾਡੇ ਕੋਲ, ਸਿਲਵਰ ਜਿਹੜੀ ਮੈਟਲ ਬਣੀ ਆ ਉਹ ਗ੍ਰੇਇਸ਼ ਕਲਰ ਦੀ ਫਾਰਮ ਹੋਵੇਗੀ। ਤਾਂ ਇੱਕ ਫੋਟੋ ਡਿਸੋਸੀਏਸ਼ਨ ਰਿਐਕਸ਼ਨ ਵੀ ਹੈਗੀ ਹੈ ਜਾਂ ਫੋਟੋ ਡੀਕੰਪੋਜੀਸ਼ਨ ਰਿਐਕਸ਼ਨ ਵੀ ਹੈ। ਫੋਟੋ ਮੀਨਸ ਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ AgCl ਦਾ ਡੀਕੰਪੋਜੀਸ਼ਨ ਹੋਣਾ, ਟੁੱਟਣਾ। ਡੀਕੰਪੋਜੀਸ਼ਨ ਦਾ ਮਤਲਬ ਕੀ ਸੀਗਾ ਬੱਚਿਓ ਕਿ ਅਭਿਕਾਰਕ ਇੱਕ ਹੋਵੇ, ਉਸਨੂੰ ਥੋੜੀ ਜਿਹੀ ਊਰਜਾ ਮਿਲੀ, ਇੱਥੇ ਊਰਜਾ ਮਿਲੀ ਆ ਲਾਈਟ ਦੇ ਕਾਰਨ, ਤਾਂ ਉਹ ਟੁੱਟ ਗਿਆ Ag ਤੇ Cl2 ਦੇ ਵਿੱਚ। Ag ਦਾ ਰੰਗ ਤੁਹਾਨੂੰ ਦੱਸ ਦਿੱਤਾ ਗ੍ਰੇ ਹੁੰਦਾ ਬੱਚਿਓ, ਕਲੋਰੀਨ ਗੈਸ ਜਿਹੜੀ ਆ ਉਹ ਉੱਡ ਜਾਵੇਗੀ। ਤਾਂ ਇਸ ਦਾ ਆਨਸਰ ਪ੍ਰਕਾਸ਼ ਦੀ ਮੌਜੂਦਗੀ ਵਿੱਚ AgCl ਜੋ ਕਿ ਵਾਈਟ ਕਲਰ ਦਾ ਹੁੰਦਾ ਆ ਦਾ ਅਪਘਟਨ ਹੋ ਜਾਂਦਾ ਹੈ। ਪੰਜਾਬੀ 'ਚ ਅਪਘਟਨ, ਇੰਗਲਿਸ਼ 'ਚ ਡੀਕੰਪੋਜੀਸ਼ਨ ਜਾਂ ਡਿਸੋਸੀਏਸ਼ਨ ਵੀ ਆਪਾਂ ਬੋਲ ਸਕਦੇ ਹਾਂ। ਡੀਕੰਪੋਜੀਸ਼ਨ ਵਰਡ ਜ਼ਿਆਦਾ ਬੈਟਰ। ਡੀਕੰਪੋਜੀਸ਼ਨ ਹੋ ਜਾਂਦਾ ਹੈ ਤੇ ਕਲੋਰੀਨ ਗੈਸ ਅਤੇ ਸਿਲਵਰ ਧਾਤ ਮਤਲਬ ਸਿਲਵਰ ਮੈਟਲ ਜੋ ਕਿ ਗ੍ਰੇ ਕਲਰ ਦੀ ਆ ਉਹ ਬਣ ਜਾਂਦੇ। ਤਾਂ ਇਸ ਕਰਕੇ ਬੱਚਿਓ, ਅਗਰ ਅਸੀਂ ਸਟੋਰ ਕਰਨਾ ਚਾਹੁੰਦੇ ਹਾਂ AgCl ਨੂੰ, ਮਤਲਬ ਸਾਡੇ ਕੋਲ AgCl ਹੀ ਰਵੇ ਤੇ ਉੱਤੋਂ ਦੀ Ag ਤੇ Cl2 ਨਾ ਬਣੇ, ਤਾਂ ਅਸੀਂ ਉਹ ਡਾਰਕ ਰੰਗ ਦੀਆਂ ਬੋਟਲਸ ਦੇ ਵਿੱਚ AgCl ਨੂੰ ਰੱਖਾਂਗੇ ਤਾਂ ਕਿ ਸਨਲਾਈਟ ਜਿਹੜੀ ਆ ਉਹ ਉਸ ਡਾਰਕ ਕਲਰ ਬੋਟਲਸ ਦੇ ਵਿੱਚ ਪਾਸ ਨਹੀਂ ਹੋਊਗੀ ਤੇ ਜਿਹੜਾ ਸਾਡਾ AgCl ਆ ਉਹਦੀ ਫੋਟੋ ਡਿਸੋਸੀਏਸ਼ਨ ਜਾਂ ਫੋਟੋ ਡੀਕੰਪੋਜੀਸ਼ਨ ਨਹੀਂ ਹੋਵੇਗੀ। ਤਾਂ ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਪਹਿਲਾ ਕੁਐਸਚਨ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ। ਦੂਸਰਾ ਕੁਐਸਚਨ ਬੱਚਿਓ ਅਸੀਂ ਦੇਖਦੇ ਹਾਂ, ਵਿਚ ਅਮੰਗ ਦਾ ਫੋਲੋਇੰਗ statement is or are true? Exposure of silver chloride to sunlight for a long duration turns gray due to, ਹੁਣੀ ਅਸੀਂ ਪਿੱਛੇ ਦੇਖ ਕੇ ਵੀ ਹਟੇ ਹਾਂ ਕਿ ਜਦੋਂ ਸੂਰਜ ਦੀ ਰੋਸ਼ਨੀ ਦੇ ਵਿੱਚ ਆਪਾਂ AgCl ਨੂੰ ਰੱਖ ਦਈਏ ਤਾਂ ਉਹ ਡੀਕੰਪੋਜ਼ ਹੋ ਜਾਂਦਾ ਆ, ਉਹਦੀ ਫੋਟੋ ਡੀਕੰਪੋਜੀਸ਼ਨ ਰਿਐਕਸ਼ਨ ਹੋ ਜਾਂਦੀ ਆ, ਟੁੱਟ ਜਾਂਦਾ ਆ ਸਿਲਵਰ ਤੇ ਸਿਲਵਰ ਧਾਤ ਦੇ ਵਿੱਚ ਜੋ ਕਿ ਗ੍ਰੇ ਕਲਰ ਦਾ ਹੁੰਦਾ ਹੈ ਤੇ ਕਲੋਰੀਨ ਗੈਸ ਫਾਰਮ ਹੋ ਜਾਂਦੀ ਹੈ। ਤਾਂ ਇਹਦੇ ਵਿੱਚ ਚਾਰ ਆਪਸ਼ਨਸ ਅਸੀਂ ਦੇਖਣੀਆਂ ਆ। ਚਾਰਾਂ ਦੇ ਵਿੱਚ ਆਪਾਂ ਇਹ ਦੇਖਣਾ ਕਿ ਕਿਹੜੀ ਸਹੀ ਹੈ, ਉਹਦੇ ਹਿਸਾਬ ਨਾਲ ABCD ਦੇ ਵਿੱਚੋਂ ਅਸੀਂ ਆਪਣਾ ਆਪਸ਼ਨ ਜਿਹੜਾ ਟਿਕ ਕਰ ਲਵਾਂਗੇ। ਦਾ ਫਾਰਮੇਸ਼ਨ ਆਫ ਸਿਲਵਰ ਬਾਈ ਡੀਕੰਪੋਜੀਸ਼ਨ ਆਫ ਸਿਲਵਰ ਕਲੋਰਾਈਡ, ਸਿਲਵਰ ਕਲੋਰਾਈਡ ਟੁੱਟ ਕੇ ਸਿਲਵਰ ਬਣਾਉਂਦਾ ਪਿਆ, ਤਾਂ ਪਹਿਲੀ ਆਪਸ਼ਨ ਤਾਂ ਬੱਚਿਓ ਠੀਕ ਹੈ। ਸਬਲੀਮੇਸ਼ਨ ਆਫ ਸਿਲਵਰ ਕਲੋਰਾਈਡ, ਦੇਖੋ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਸਬਲੀਮੇਸ਼ਨ ਜਾਂ ਜੋਰ ਉਡਾਉਣ ਕਿਰਿਆ ਨਹੀਂ ਹੁੰਦੀ ਪਈ। AgCl ਜਿਹੜਾ ਸੀਗਾ ਉਹ ਪਹਿਲਾਂ ਠੋਸ ਸੀਗਾ, ਉਹਦੇ ਕੋਈ ਵਾਸ਼ਪ ਨਹੀਂ ਬਣਦੇ ਪਏ, ਉਹ ਟੁੱਟ ਕੇ Ag, ਤੁਸੀਂ ਇੱਥੇ ਦੇਖ ਸਕਦੇ ਹੋ ਕਿ AgCl ਜਦੋਂ ਸੂਰਜ ਦੀ ਰੋਸ਼ਨੀ ਮਿਲੀ ਆ, ਉਸਨੂੰ ਸਨਲਾਈਟ ਮਿਲੀ ਹੈ ਤਾਂ ਟੁੱਟ ਕੇ Ag ਜੋ ਕਿ ਸੋਲਿਡ ਆ, ਗ੍ਰੇਇਸ਼ ਪਦਾਰਥ ਸਿਲਵਰ ਧਾਤ ਜਿਹੜੀ ਬਣਦੀ ਪਈ ਆ, ਪਲੱਸ ਕਲੋਰੀਨ ਗੈਸ ਜਿਹੜੀ ਆ ਉਹ ਰਿਲੀਜ਼ ਹੁੰਦੀ ਪਈ ਆ, ਇਵੋਲਵ ਹੁੰਦੀ ਪਈ। ਤਾਂ AgCl ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ Ag plus Cl2 ਜਿਹੜੀ ਆ ਉਸ ਦੀ ਫਾਰਮੇਸ਼ਨ
ਹੁੰਦੀ ਪਈ, ਤਾਂ ਅਸੀਂ ਕਹਿ ਸਕਦੇ ਕਿ ਇਹਦੇ ਵਿੱਚ ਕੋਈ ਸਬਲੀਮੇਸ਼ਨ, ਕੋਈ ਜ਼ੋਹਰ ਉਡਾਨ ਕਿਰਿਆ ਨਹੀਂ ਹੁੰਦੀ ਪਈ। ਫਿਰ ਹੈਗਾ ਸਾਡੇ ਕੋਲ ਡੀਕੰਪੋਜੀਸ਼ਨ ਆਫ ਕਲੋਰੀਨ ਗੈਸ ਫਰੋਮ ਸਿਲਵਰ ਕਲੋਰਾਈਡ। ਕੀ ਸਿਲਵਰ ਕਲੋਰਾਈਡ ਦੀ ਡੀਕੰਪੋਜੀਸ਼ਨ ਰਿਐਕਸ਼ਨ ਹੁੰਦੀ ਪਈ ਆ, ਤੇ ਮਤਲਬ ਕਲੋਰੀਨ ਗੈਸ ਦੀ ਡੀਕੰਪੋਜੀਸ਼ਨ ਹੋਣ ਤੇ ਸਿਲਵਰ ਕਲੋਰਾਈਡ ਨਿਕਲਦਾ ਪਿਆ, ਅਜਿਹਾ ਕੁਝ ਵੀ ਨਹੀਂ ਹੋ ਰਿਹਾ। ਤੇ ਆਕਸੀਡੇਸ਼ਨ ਆਫ ਸਿਲਵਰ ਕਲੋਰਾਈਡ, ਆਕਸੀਡੇਸ਼ਨ ਆਫ ਸਿਲਵਰ ਕਲੋਰਾਈਡ ਦਾ ਮਤਲਬ ਕਿ ਉਸ ਦੇ ਵਿੱਚ ਆਕਸੀਜਨ ਦੀ ਐਡੀਸ਼ਨ ਹੁੰਦੀ ਪਈ ਆ, ਐਦਾਂ ਦਾ ਕੁਝ ਵੀ ਨਹੀਂ ਹੁੰਦਾ ਪਿਆ। ਤਾਂ ਢੁਕਵੀਂ ਆਪਸ਼ਨ ਸਿਰਫ ਫਸਟ ਹੀ ਆ। ਤਾਂ ਬੱਚਿਓ ਸੋ ਦਾ ਕਰੈਕਟ ਆਪਸ਼ਨ ਇਜ਼ ਏ, ਇਹ ਹੀ ਜਿਹੜਾ ਆ ਉਹ ਇਸ ਦਾ ਆਨਸਰ ਹੈਗਾ। ਨੈਕਸਟ ਕੁਐਸਚਨ ਬੱਚਿਓ ਅਸੀਂ ਦੇਖ ਲੈਂਦੇ ਆ, ਇਹ ਵੀ ਸਿਲਵਰ ਦੇ ਨਾਲ ਹੀ ਰਿਲੇਟਡ ਆ, ਚਾਂਦੀ ਦੇ ਨਾਲ ਹੀ ਰਿਲੇਟਡ ਇਹ ਵਾਲਾ ਕੁਐਸਚਨ ਜਿਹੜਾ ਹੈਗਾ। ਇਹ ਸਿਲਵਰ ਆਰਟੀਕਲ ਜਨਰਲੀ ਟਰਨਸ ਬਲੈਕ ਵੈਨ ਕੈਪਟ ਇਨ ਓਪਨ ਫॉर ਅ ਫਿਊ ਡੇਜ਼। ਮਤਲਬ ਜਦੋਂ ਕੋਈ ਵੀ ਜਿਹੜਾ ਚਾਂਦੀ ਦਾ ਕੋਈ ਪਦਾਰਥ ਆ, ਜੇਕਰ ਉਸਨੂੰ ਹਵਾ ਦੇ ਵਿੱਚ ਅਸੀਂ ਖੁੱਲ੍ਹਾ ਰੱਖੀਏ ਤਾਂ ਉਹ ਕੁਝ ਟਾਈਮ ਬਾਅਦ ਬਲੈਕ ਹੋ ਜਾਂਦਾ ਆ, ਕਾਲਾ ਰੰਗ ਦਾ ਹੋ ਜਾਂਦਾ ਆ। ਲੇਕਿਨ ਫਿਰ ਜਦੋਂ ਉਸਨੂੰ ਅਸੀਂ ਉਸਦੇ ਉੱਤੇ ਟੁੱਥਪੇਸਟ ਦੇ ਵਿੱਚ ਖਾਰ ਮੌਜੂਦ ਹੁੰਦਾ, ਉਸਦੇ ਨਾਲ ਸਾਫ਼ ਕਰੀਏ ਤਾਂ ਫਿਰ ਦੁਬਾਰਾ ਤੋਂ ਸ਼ਾਈਨ ਕਰਨ ਲੱਗ ਜਾਂਦਾ। ਅਜਿਹਾ ਕਿਉਂ ਹੁੰਦਾ? ਵਾਈ ਡੂ ਸਿਲਵਰ ਆਰਟੀਕਲਸ ਟਰਨ ਬਲੈਕ ਵੈਨ ਕੈਪਟ ਇਨ ਦਾ ਓਪਨ ਫॉर ਅ ਫਿਊ ਡੇਜ਼, ਨੇਮ ਦਾ ਫਿਨੋਮੀਨਨ ਇਨਵੋਲਵਡ। ਮਤਲਬ ਇਹ ਕਿਉਂ ਇੱਦਾਂ ਹੋ ਰਿਹਾ, ਉਹਦਾ ਫਿਨੋਮੀਨਾ ਦੱਸੋ, ਤੇ ਨੇਮ ਦਾ ਬਲੈਕ ਸਬਸਟੈਂਸ ਫਾਰਮਡ ਐਂਡ ਗਿਵ ਇਟਸ ਕੈਮੀਕਲ ਫਾਰਮੂਲਾ। ਤੇ ਜਿਹੜਾ ਵੀ ਕਾਲਾ ਸਬਸਟੈਂਸ ਬਣਦਾ ਪਿਆ ਜੋ ਸਿਲਵਰ, ਤੁਸੀਂ ਇੱਥੇ ਦੇਖ ਸਕਦੇ ਹੋ ਬੱਚੋ, ਚਾਂਦੀ ਦੇ 2 ਚਮਚ ਰੱਖੇ ਹੋਏ ਆ, ਇੱਕ ਚਮਚ ਬਿਲਕੁਲ ਚਮਕਦਾ ਪਿਆ ਆ, ਦੂਸਰਾ ਚਮਚ ਜਿਹੜਾ ਆ ਉਹ ਬਲੈਕਿਸ਼ ਹੋ ਚੁੱਕਾ ਹੈ। ਉਹ ਬਲੈਕ ਰੰਗ ਕਿਉਂ ਹੋਇਆ? ਕਿਹੜਾ ਕੈਮੀਕਲ ਪਦਾਰਥ ਜਿਹੜਾ ਆ ਜਾਂ ਰਸਾਇਣਿਕ ਪਦਾਰਥ ਜਿਹੜਾ ਉਹ ਬਣ ਗਿਆ? ਤਾਂ ਇਹਦੇ ਵਿੱਚ ਬੱਚੋ ਤੁਸੀਂ ਯਾਦ ਰੱਖਣਾ ਕਿ ਮੈਟਲਸ ਜਿਹੜੇ ਹੁੰਦੇ ਆ, ਜਿਵੇਂ ਕਿ ਸਿਲਵਰ ਹੋ ਗਿਆ, ਲੋਹਾ ਹੋ ਗਿਆ, ਈਵਨ ਕਾਪਰ ਹੋ ਗਿਆ, ਇਹਨਾਂ ਦੇ ਉੱਤੇ ਅਟੈਕ ਹੁੰਦਾ ਆ ਜਿਹੜੇ ਕਿ ਹਵਾ ਦੇ ਵਿੱਚ ਮੌਜੂਦ ਸਬਸਟੈਂਸਿਸ ਆ, ਜਿਵੇਂ ਕਿ ਨਮੀ, ਮੋਇਸਚਰ, ਐਸਿਡ, ਗੈਸਿਸ ਵਗੈਰਾ, ਇਹਨਾਂ ਦੇ ਸਰਫੇਸ ਨੂੰ ਹੌਲੀ ਹੌਲੀ ਜਿਹੜਾ ਆ ਉਹ ਖਾਣਾ ਸ਼ੁਰੂ ਕਰ ਦਿੰਦੀ ਹੈ। ਦ ਸਲੋਲੀ ਈਟਿੰਗ ਅਵੇ ਬਾਏ ਦਾ ਐਟਮੋਸਫੇਰਿਕ ਗੈਸਿਸ ਆਫ ਦਾ ਸਰਫੇਸ ਆਫ ਮੈਟਲ ਇਜ਼ ਨੋਨ ਐਜ਼ ਕਰੋਜਨ। ਉਹਨੂੰ ਅਸੀਂ ਕਰੋਜਨ ਕਹਿੰਦੇ ਆ, ਖੋਰਨ ਕਹਿੰਦੇ ਆ ਬੱਚੋ। ਇਹਦੀ ਉਦਾਹਰਨ ਹੈਗੀ ਆ ਜੰਗ, ਲੋਹੇ ਦੇ ਉੱਤੇ ਜੰਗ ਲੱਗਣਾ, ਜਾਂ ਸਿਲਵਰ ਦਾ ਤੁਸੀਂ ਆ ਦੇਖ ਸਕਦੇ ਹੋ, ਚਾਂਦੀ ਦੇ ਜਿਹੜੇ ਬਰਤਨ ਆ ਉਹਨਾਂ ਦਾ ਕਾਲਾ ਪੈ ਜਾਣਾ। ਉਹ ਕਾਲਾ ਇਸ ਕਰਕੇ ਹੁੰਦਾ ਪਿਆ ਬੱਚਿਓ ਕਿਉਂਕਿ ਹਵਾ ਦੇ ਵਿੱਚ ਮੌਜੂਦ ਇੱਕ ਗੈਸ ਹੁੰਦੀ ਹੈ ਜਿਸ ਦਾ ਨਾਂ ਆ ਹਾਈਡਰੋਜਨ ਸਲਫਾਈਡ ਗੈਸ H2S। ਦ ਬਲੈਕ ਸਬਸਟੈਂਸ ਇਜ਼ ਫਾਰਮਡ ਬਿਕੋਜ਼ ਸਿਲਵਰ ਜਿਹੜਾ ਚਾਂਦੀ ਆ ਉਹ ਰਿਐਕਟ ਕਰਦੀ ਹੈ H2S ਗੈਸ ਦੇ ਨਾਲ, ਜਿਹੜੀ ਕਿ ਹਵਾ ਦੇ ਵਿੱਚ ਪ੍ਰੈਜ਼ੈਂਟ ਹੁੰਦੀ। ਤੇ H2S ਦੇ ਨਾਲ ਕਿਰਿਆ ਕਰਨ ਤੋਂ ਬਾਅਦ ਉਹ Ag2S ਬਣ ਜਾਂਦੀ ਹੈ। ਮਤਲਬ whenever the silver metal react with hydrogen sulfide gas it will form a black color of silver sulfide and hydrogen gases evolved released ਹੁੰਦੀ ਆ ਬੱਚਿਓ। ਤਾਂ ਇੱਥੇ ਬਲੈਕ ਕਲਰ ਕਿਸ ਪਦਾਰਥ ਦੀ ਫਾਰਮੇਸ਼ਨ ਕਰਕੇ, ਕਿਸ ਕੈਮੀਕਲ ਪਦਾਰਥ ਦੀ ਫਾਰਮੇਸ਼ਨ ਕਰਕੇ ਆ ਰਿਹਾ, ਤਾਂ ਉਹ ਉਸਦਾ ਆਨਸਰ ਹੈਗਾ ਬੱਚਿਓ ਸਿਲਵਰ ਸਲਫਾਈਡ। ਲੇਕਿਨ ਇਹ ਸਿਲਵਰ ਸਲਫਾਈਡ ਬਣਿਆ ਕਿਸ ਗੈਸ ਦੀ ਮਦਦ ਨਾਲ? ਉਹ ਹੈਗੀ ਹਾਈਡਰੋਜਨ ਸਲਫਾਈਡ। ਜੇ ਹਾਈਡਰੋਜਨ ਸਲਫਾਈਡ ਨਾ ਹੁੰਦੀ ਹਵਾ ਦੇ ਵਿੱਚ ਮੌਜੂਦ ਤਾਂ ਸਾਡੀ ਜਿਹੜੀ ਚਾਂਦੀ ਦੇ ਬਰਤਨ ਸੀਗੇ ਉਹਨਾਂ ਤੇ ਵੀ ਕੋਈ ਕਾਲਾ ਪਦਾਰਥ ਨਹੀਂ ਲੱਗਣਾ ਸੀਗਾ। ਬੱਚਿਓ ਨੈਕਸਟ ਕੁਐਸਚਨ ਅਸੀਂ ਦੇਖਦੇ ਹਾਂ। ਇਹ ਮੈਗਨੀਸ਼ੀਅਮ ਰਿਬਨ ਇਜ਼ ਬਰਨਡ ਇਨ ਆਕਸੀਜਨ ਟੂ ਗਿਵ ਅ ਵਾਈਟ ਕੰਪਾਊਂਡ X accompanied by emission of light। ਮਤਲਬ ਇੱਕ ਮੈਗਨੀਸ਼ੀਅਮ ਰਿਬਨ ਆ, ਉਸਨੂੰ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਜਲਾਇਆ ਗਿਆ ਤੇ ਇੱਕ ਵਾਈਟ ਸਬਸਟੈਂਸ ਫਾਰਮ ਹੋ ਰਿਹਾ, X ਸਬਸਟੈਂਸ ਮਤਲਬ ਇੱਕ ਫਾਰਮ ਹੋ ਰਿਹਾ। ਰਾਈਟ ਏ ਬੈਲੈਂਸਡ ਕੈਮੀਕਲ ਇਕੁਏਸ਼ਨ ਲਿਖੋ ਐਂਡ ਵੈਨ X is dissolved in water। ਤੇ ਉਸੇ ਜਿਹੜਾ ਮੈਗਨੀਸ਼ੀਅਮ ਨੂੰ ਜਲਾਉਣ ਤੋਂ ਬਾਅਦ ਜਿਹੜਾ ਪਦਾਰਥ ਬਣਿਆ ਉਸ ਦੀ ਜਦੋਂ ਅਸੀਂ ਪਾਣੀ ਦੇ ਨਾਲ ਕਿਰਿਆ ਕਰਾ ਦਈਏ ਤੇ ਉਹਦੀ ਇੱਕ ਮਤਲਬ ਉਹਦੀ ਵੀ ਰਿਐਕਸ਼ਨ ਅਸੀਂ ਜਿਹੜੀ ਆ ਉਹ ਲਿਖਣੀ ਹੈਗੀ। ਤਾਂ ਬੱਚਿਓ ਸਾਨੂੰ ਪਤਾ ਹੈ ਕਿ ਜੇਕਰ ਅਸੀਂ ਮੈਗਨੀਸ਼ੀਅਮ ਨੂੰ ਆਕਸੀਜਨ ਦੀ ਪ੍ਰੈਜ਼ੈਂਸ 'ਚ ਜਲਾਈਏ ਤਾਂ ਮੈਗਨੀਸ਼ੀਅਮ ਆਕਸਾਈਡ ਬਣ ਜਾਂਦਾ। ਵੈਨਐਵਰ ਦਾ ਮੈਗਨੀਸ਼ੀਅਮ ਰਿਐਕਟ ਵਿਦ ਆਕਸੀਜਨ ਇਟ ਵਿਲ ਫਾਰਮ ਮੈਗਨੀਸ਼ੀਅਮ ਆਕਸਾਈਡ। ਤੁਹਾਨੂੰ ਪਤਾ ਕਿ ਮੈਗਨੀਸ਼ੀਅਮ ਨੂੰ ਜਲਾਉਣ ਤੋਂ ਪਹਿਲਾਂ ਸਾਨੂੰ ਉਸਨੂੰ ਐਨ ਚੰਗੀ ਤਰ੍ਹਾਂ ਸਾਫ਼ ਕਰਨਾ ਪੈਂਦਾ ਆ, ਤੇ ਸਾਫ਼ ਕਰਨ ਤੋਂ ਬਾਅਦ ਆਕਸੀਜਨ ਦੇ ਨਾਲ ਕਿਰਿਆ ਕਰਾ ਕੇ ਉਹ ਮੈਗਨੀਸ਼ੀਅਮ ਆਕਸਾਈਡ ਬਣ ਜਾਂਦਾ। ਤਾਂ ਇੱਥੇ ਮੈਗਨੀਸ਼ੀਅਮ ਆਕਸਾਈਡ ਜਿਹੜਾ ਵਾ ਉਹ X ਕਲਰ ਦਾ, ਮਤਲਬ ਉਸਦਾ ਨਾਮ ਜਿਹੜਾ ਅਸੀਂ ਰੱਖਿਆ ਹੋਇਆ ਉਹ X ਰੱਖਿਆ ਹੋਇਆ ਕਿਉਂਕਿ ਉਸਨੇ X ਪੁੱਛਿਆ ਸੀਗਾ ਕਿ ਕਿਹੜਾ ਕੰਪਾਊਂਡ ਬਣੇਗਾ। ਹੁਣ ਜਦੋਂ ਇਹੀ ਜਿਹੜਾ X ਕੰਪਾਊਂਡ ਬਣਿਆ, ਇਸ ਦੀ ਜਦੋਂ ਆਪਾਂ ਪਾਣੀ ਦੇ ਨਾਲ ਕਿਰਿਆ ਕਰਾਤੀ, ਵੈਨ MgO ਰਿਐਕਟਸ ਵਿਦ H2O ਇਟ ਵਿਲ ਫਾਰਮ MgOH ਟਵਾਈਸ। ਮਤਲਬ ਮੈਗਨੀਸ਼ੀਅਮ ਹਾਈਡਰੋਕਸਾਈਡ ਬਣਦਾ ਪਿਆ। ਰਿਐਕਸ਼ਨ ਹੈ ਆਲਰੇਡੀ ਬੈਲੈਂਸਡ ਆ। ਮੈਗਨੀਸ਼ੀਅਮ ਹਾਈਡਰੋਕਸਾਈਡ ਬੱਚਿਓ ਜਿਹੜਾ ਹੁੰਦਾ ਆ ਉਹ ਬੇਸਿਕ ਇਨ ਨੇਚਰ ਆ। ਇਹ ਲਾਲ ਲਿਟਮਸ ਨੂੰ ਚੇਂਜ ਕਰ ਦਿੰਦਾ ਬਲੂ ਦੇ ਵਿੱਚ। ਇੱਥੇ ਅਸੀਂ ਐਕਟੀਵਿਟੀ ਵੀ ਦੇਖਦੇ ਪਏ ਆ। ਸਾਡੇ ਕੋਲ ਸਪਿਰਿਟ ਲੈਂਪ ਆ, PH ਪੇਪਰ ਆ, ਪੈਟਰੀ ਡਿਸ਼ ਆ, ਪਾਣੀ ਮੌਜੂਦ ਆ, ਡ੍ਰੌਪਰ ਹੈਗਾ, ਸਪੈਚੂਲਾ ਹੈਗਾ,
ਤੇ ਮੈਗਨੀਸ਼ੀਅਮ ਰਿਬਨ ਹੈਗਾ। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਕਿ ਸਪਿਰਿਟ ਲੈਂਪ ਨੂੰ ਅਸੀਂ ਜਿਹੜਾ ਆ ਉਹ ਬਰਨ ਕਰ ਲਵਾਂਗੇ ਤਾਂ ਕਿ ਸਾਡੇ ਕੋਲ ਇੱਕ ਸੋਰਸ ਸਾਡੇ ਕੋਲ ਹੋਵੇ ਜਿਸ ਦੇ ਨਾਲ ਅਸੀਂ ਮੈਗਨੀਸ਼ੀਅਮ ਰਿਬਨ ਨੂੰ ਅੱਗ ਲਗਾ ਸਕੀਏ। ਹੁਣ ਜਦੋਂ ਅਸੀਂ ਮੈਗਨੀਸ਼ੀਅਮ ਰਿਬਨ ਨੂੰ ਅੱਗ ਲਗਾਉਣੀ ਆ, ਤੁਹਾਨੂੰ ਬੱਚਿਓ ਪਤਾ ਹੀ ਹੈ ਕਿ ਇਸ ਨੂੰ ਐਨ ਚੰਗੀ ਤਰ੍ਹਾਂ ਪਹਿਲਾਂ ਰੇਗਮਾਗ ਨਾਲ ਸਾਫ਼ ਕਰ ਲੈਣਾ ਤਾਂ ਕਿ ਇਸ ਦੇ ਉੱਪਰ ਜਿਹੜੀ ਪਰਤ ਚੜੀ ਹੁੰਦੀ ਮੈਗਨੀਸ਼ੀਅਮ ਆਕਸਾਈਡ ਉਹ ਖਤਮ ਹੋ ਜਾਵੇ। ਹੁਣ ਜਦੋਂ ਅਸੀਂ ਇਸ ਨੂੰ ਅੱਗ ਲਗਾਉਂਦੇ ਹਾਂ, ਅਸੀਂ ਆਕਸੀਜਨ ਦੇ ਨਾਲ ਹੀ ਇਸ ਦੀ ਅੱਗ ਲਗਾਉਂਦੇ। ਦੇਖੋ ਇੱਕ ਵਾਈਟ ਫਲੇਮ ਨਿਕਲਦੀ ਪਈ ਆ। ਇਸ ਦਾ ਜਦੋਂ ਅਸੀਂ ਪਾਊਡਰ ਬਣਾ ਲਈਏ ਤਾਂ ਜਿਹੜਾ ਵਾਈਟ ਪਾਊਡਰ ਬਣਦਾ ਆ ਮੈਗਨੀਸ਼ੀਅਮ ਐਂਡ ਰਿਐਕਟ ਵਿਦ ਆਕਸੀਜਨ ਇਟ ਵਿਲ ਫਾਰਮ ਮੈਗਨੀਸ਼ੀਅਮ ਆਕਸਾਈਡ ਬਣ ਜਾਏਗਾ। ਇਸੇ ਹੀ ਸਬਸਟੈਂਸ ਨੂੰ ਕੁਐਸਚਨ ਦੇ ਵਿੱਚ ਐਕਸ ਕਿਹਾ ਗਿਆ ਹੈ। ਹੁਣ ਇਸ ਐਕਸ ਨੂੰ ਜਦੋਂ ਅਸੀਂ ਇਸ ਦੇ ਵਿੱਚ ਅਸਾਂ ਪਾਣੀ ਪਾ ਦਿੱਤਾ, ਮਤਲਬ ਵੈਨ ਮੈਗਨੀਸ਼ੀਅਮ ਆਕਸਾਈਡ ਰਿਐਕਟਸ ਵਿਦ ਵਾਟਰ H2O, ਤਾਂ ਇੱਕ ਨਵਾਂ ਸਬਸਟੈਂਸ ਫਾਰਮ ਹੋ ਜਾਏਗਾ ਮੈਗਨੀਸ਼ੀਅਮ ਹਾਈਡਰੋਕਸਾਈਡ। ਬੱਚਿਓ ਇਸ ਨੂੰ ਬੋਲਦੇ ਆ MgOH ਟਵਾਈਸ। ਹੁਣ ਇਹ ਜਿਹੜਾ ਮੈਗਨੀਸ਼ੀਅਮ ਹਾਈਡਰੋਕਸਾਈਡ ਆ ਰਿਐਕਸ਼ਨ ਤੋਂ ਬੈਲੈਂਸ ਆ, ਤੇ ਇਹਦਾ ਜਿਹੜਾ ਸੁਭਾਅ ਆ ਉਹ ਬੇਸਿਕ ਇਨ ਨੇਚਰ ਆ, ਖਾਰੀ ਆ। ਖਾਰੀ ਇਸ ਕਰਕੇ ਆ ਕਿਉਂਕਿ ਇਸਨੇ ਲਾਲ ਲਿਟਮਸ ਨੂੰ ਤੁਸੀਂ ਦੇਖੋਗੇ ਬਲੂ ਦੇ ਵਿੱਚ ਕਨਵਰਟ ਕਰ ਦਿੱਤਾ, ਲੇਕਿਨ ਬਲੂ ਨੂੰ ਬਲੂ ਲਿਟਮਸ 'ਚ ਹੀ ਰਹਿਣ ਦਿੱਤਾ ਹੈਗਾ ਆ। ਤਾਂ ਇੱਥੇ ਤੁਸੀਂ ਦੇਖ ਵੀ ਸਕਦੇ ਹੋ ਬੱਚਿਓ, ਲਾਲ ਲਿਟਮਸ ਪੇਪਰ ਧਿਆਨ ਨਾਲ ਦੇਖੋ ਤਾਂ ਉਹ ਬਲੂ ਹੋ ਚੁੱਕਾ ਆ। ਤਾਂ MgOH ਟਵਾਈਸ ਦਾ ਜਿਹੜਾ ਨੇਚਰ ਆ ਉਹ ਬੇਸਿਕ ਆ। ਨੈਕਸਟ ਬੱਚਿਓ ਅਸੀਂ ਕੁਐਸਚਨ ਦੇਖ ਲੈਂਦੇ ਆ ਕਿ ਰਾਈਟ ਦਾ ਬੈਲੈਂਸ ਕੈਮੀਕਲ ਰਿਐਕਸ਼ਨ ਵੈਨ ਆਇਰਨ ਇਜ਼ ਰਿਐਕਟਡ with copper sulfate solution, also tell the type of the reaction। ਹੁਣ ਬੱਚਿਓ ਜੇਕਰ ਇਹ ਕੁਐਸਚਨ ਕਰਨ ਤੋਂ ਪਹਿਲਾਂ ਸਾਨੂੰ ਰਿਐਕਟੀਵਿਟੀ ਸੀਰੀਜ਼ ਦਾ ਪਤਾ ਹੋਣਾ ਜ਼ਰੂਰ ਚਾਹੀਦਾ। ਰਿਐਕਟੀਵਿਟੀ ਸੀਰੀਜ਼ ਆਫ ਮੈਟਲ, ਰਿਐਕਟੀਵਿਟੀ ਸੀਰੀਜ਼ ਨੂੰ ਯਾਦ ਕਰਨ ਦੇ ਲਈ ਇੱਕ ਨਿਮੋਨਿਕ ਆ ਸਾਡੇ ਕੋਲ, केदारनाथ का माली आलू जरा फीने से पकाता है। ठीक है बच्चों, तो केदारनाथ का माली आलू ज़रा फीने से पकाता है। के तो पोटाशियम, Na तो सोडियम, Ca तो कैल्शियम, Mg तो मैग्नीशियम, A तो एलुमिनियम, जिंक तो मतलब ज़रा तो Z तो जिंक, Fe तो आयरन, Ne तो Ni बना देना सी निकल, से SN10 पकाता Pb, लेड, H तो हाइड्रोजन, दैन कॉपर, फिर मरकरी, दैन सिल्वर Ag, दैन गोल्ड एंड दैन प्लैटिनम। ਤਾਂ ਬੱਚਿਓ ਇਹ ਸਾਡੇ ਕੋਲ ਰਿਐਕਟੀਵਿਟੀ ਸੀਰੀਜ਼ ਆ। ਸਭ ਤੋਂ ਜ਼ਿਆਦਾ ਰਿਐਕਟਿਵ ਜਿਹੜਾ ਆ ਉਹ ਪੋਟਾਸ਼ੀਅਮ ਆ ਇਸ ਸੀਰੀਜ਼ ਦੇ ਵਿੱਚ, ਤੇ ਸਭ ਤੋਂ ਘੱਟ ਰਿਐਕਟਿਵ ਕਿਹੜੀ ਧਾਤ ਆ? ਪਲੈਟੀਨਮ। ਤਾਂ ਬੱਚਿਓ ਜਦੋਂ ਹੁਣ ਤੁਸੀਂ ਅਗਰ ਰਿਐਕਟੀਵਿਟੀ ਸੀਰੀਜ਼ ਦੇਖੋਗੇ ਤਾਂ ਆਇਰਨ ਜਿਹੜਾ ਆ ਉਹ ਜ਼ਿਆਦਾ ਰਿਐਕਟਿਵ ਆ ਐਜ਼ ਕੰਪੇਅਰ ਟੂ ਕਾਪਰ। ਅਗਰ ਤੁਸੀਂ ਦੇਖੋਗੇ ਤਾਂ ਆਇਰਨ ਜਿਹੜਾ ਆ ਉਹ ਉੱਪਰ ਆ ਐਜ਼ ਕੰਪੇਅਰ ਟੂ ਕਾਪਰ ਤੋਂ। ਤਾਂ ਆਇਰਨ ਜਿਹੜਾ ਅਸੀਂ ਕਹਿ ਸਕਦੇ ਹਾਂ ਜ਼ਿਆਦਾ ਰਿਐਕਟਿਵ। ਤਾਂ ਇੱਥੇ ਅਸੀਂ ਕਿਰਿਆ ਵੀ ਕਰਨ ਲੱਗੇ ਹਾਂ। ਇੱਕ ਆਪਣੇ ਕੋਲ ਕੋਨੀਕਲ ਫਲਾਸਕ ਆ, ਉਸਨੂੰ ਅਸੀਂ ਇੱਦਾਂ ਆਇਰਨ ਸਟੈਂਡ ਦੇ ਵਿੱਚ ਲਗਾਇਆ ਹੋਇਆ, ਉਸ ਦੇ ਵਿੱਚ ਅਸੀਂ ਕਾਪਰ ਸਲਫੇਟ ਸੋਲਿਊਸ਼ਨ ਜੇਕਰ ਪਾ ਦਈਏ, ਕਾਪਰ ਸਲਫੇਟ ਸੋਲਿਊਸ਼ਨ ਅਸੀਂ ਪਹਿਲਾਂ ਤੋਂ ਹੀ ਬਣਾਇਆ ਹੋਇਆ ਤੇ ਉਹ ਬਲੂ ਰੰਗ ਦਾ ਹੁੰਦਾ ਬੱਚਿਓ। ਤਾਂ ਵੈਨ ਐਵਰ Fe ਰਿਐਕਟਸ ਵਿਦ CuSO4 ਇਟ ਫਾਰਮ FeSO4 plus Cu। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਨੀਲੇ ਰੰਗ ਦਾ ਜਿਹੜਾ ਕਾਪਰ ਸਲਫੇਟ ਦਾ ਸੋਲਿਊਸ਼ਨ ਆ ਉਹ ਅਸੀਂ ਕੋਨੀਕਲ ਫਲਾਸਕ ਵਿੱਚ ਪਾਉਂਦੇ ਪਏ ਹਾਂ। ਤੇ ਉਸ ਦੇ ਵਿੱਚ ਅਸੀਂ ਹੁਣ ਇੱਕ ਨੇਲ ਪਾ ਦੇਵਾਂਗੇ ਜਿਸ ਨੂੰ ਅਸੀਂ ਥਰੈਡ ਨਾਲ ਬੰਨਿਆ ਹੋਇਆ। ਨੇਲ ਨੋ ਡਾਊਟ ਉਹ ਆਇਰਨ ਦੇ ਨਾਲ ਬਣੀ ਹੋਈ ਹੈ। ਤਾਂ ਇਸ ਨੂੰ ਅਸੀਂ ਜਿਹੜਾ ਆ ਉਹ ਕਾਪਰ ਸਲਫੇਟ ਦੇ ਸੋਲਿਊਸ਼ਨ 'ਚ ਪਾਤਾ। ਸੋ ਵੈਨ ਆਇਰਨ ਰਿਐਕਟ ਵਿਦ ਕਾਪਰ ਸਲਫੇਟ ਸੋਲਿਊਸ਼ਨ, ਦੇਖੋ ਤੁਸੀਂ ਕਾਪਰ ਸਲਫੇਟ ਦਾ ਰੰਗ ਬਲੂ ਕਲਰ ਦਾ ਆ। ਤਾਂ ਹੌਲੀ ਹੌਲੀ ਜੇਕਰ ਇਸ ਨੂੰ ਅਸੀਂ 24 ਆਵਰਸ ਦੇ ਲਈ ਇਸ ਨੂੰ ਛੱਡ ਦਈਏ ਜਾਂ ਤਕਰੀਬਨ 1 ਦਿਨ ਦੇ ਲਈ ਇਸ ਨੂੰ ਅਸੀਂ ਛੱਡ ਦਈਏ ਤਾਂ ਸਾਡੇ ਕੋਲ ਤੁਸੀਂ ਦੇਖ ਪਾਓਗੇ ਕਿ ਸਾਡੇ ਕੋਲ ਜਿਹੜਾ ਆ ਇਹ ਰਿਐਕਸ਼ਨ ਹੋ ਜਾਵੇਗੀ ਕੰਪਲੀਟ 24 ਘੰਟਿਆਂ ਬਾਅਦ, ਤੇ FeSO4 ਬਣ ਜਾਵੇਗਾ ਜੋ ਕਿ ਗ੍ਰੀਨ ਕਲਰ ਦਾ ਬੱਚਿਓ ਹੁੰਦਾ ਹੈ। ਤੁਸੀਂ ਦੇਖ ਸਕਦੇ ਆਪਣੀ ਸਕਰੀਨ ਦੇ ਉੱਤੇ ਵੀ ਕਿ ਆਫਟਰ 24 ਆਵਰਸ ਤੁਸੀਂ ਦੇਖੋ ਜਿਹੜਾ ਕਲਰ ਆ ਉਹ ਚੇਂਜ ਹੋ ਚੁੱਕਾ ਆ ਤੇ ਉਸ ਆਇਰਨ ਨੇਲ ਦੇ ਉੱਤੇ ਜਿਹੜਾ ਆ ਕਾਪਰ ਆ ਚੁੱਕਾ ਆ, ਕਾਪਰ ਚੜ ਚੁੱਕਾ ਜੋ ਕਿ ਬਰਾਊਨ ਕਲਰ ਦਾ। ਤਾਂ 24 ਘੰਟੇ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਲਰ, 24 ਘੰਟੇ ਬਾਅਦ 'ਚ ਦੇਖ ਸਕਦੇ ਹੋ। ਰਿਐਕਸ਼ਨ ਬੈਲੈਂਸਡ ਆ ਬੱਚਿਓ। ਇਹ ਜਿਹੜੀ ਰਿਐਕਸ਼ਨ ਹੋਈ ਆ ਇਹ ਵਿਸਥਾਪਨ ਕਿਰਿਆ ਆ। ਦਿਸ ਰਿਐਕਸ਼ਨ ਇਜ਼ ਐਨ ਐਗਜ਼ਾਮਪਲ ਆਫ ਡਿਸਪਲੇਸਮੈਂਟ ਰਿਐਕਸ਼ਨ। ਇਹਦੇ ਵਿੱਚ ਆਇਰਨ ਜਿਹੜਾ ਆ Fe ਜਿਹੜਾ ਆ ਉਹ ਜ਼ਿਆਦਾ ਰਿਐਕਟਿਵ ਹੋਣ ਕਰਕੇ ਲੋਹੇ ਨੇ ਕਾਪਰ ਨੂੰ ਕਾਪਰ ਸਲਫੇਟ ਦੇ ਸੋਲਿਊਸ਼ਨ 'ਚੋਂ ਵਿਸਥਾਪਿਤ ਕਰ ਦਿੱਤਾ। ਤਾਂ ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਇਹ ਸਾਰੀ ਰਿਐਕਸ਼ਨ ਸਮਝ ਲੱਗ ਗਈ ਹੋਵੇਗੀ। ਰਿਐਕਟੀਵਿਟੀ ਸੀਰੀਜ਼ ਦੇ ਲਈ ਜਿਹੜਾ ਨਿਮੋਨਿਕ ਆ, केदारनाथ का माली आलू ज़रा
पीने से पकाता है, तो वो भी तुसी याद रख लियो। नैक्सट बच्चों असी क्वेश्चन देख लें, विच ऑफ द फॉलोइंग गैसेज कैन बी यूज फॉर द स्टोरेज ऑफ फ्रैश सैंपल ऑफ ऑयल फॉर अ लॉन्ग टाइम। ਹੁਣ ਬੱਚਿਓ ਤੁਸੀਂ ਦੇਖਿਆ ਹੋਣਾ ਕਿ ਜਿਹੜੀਆਂ ਆਇਲ ਨਾਲ ਬਣੀਆਂ ਚੀਜ਼ਾਂ ਆ, ਤੇਲ ਦੇ ਨਾਲ ਬਣੀਆਂ ਚੀਜ਼ਾਂ ਆ, ਜੇਕਰ ਉਸਨੂੰ ਅਸੀਂ ਖੁੱਲ੍ਹਾ ਰਹਿਣ ਦਈਏ, ਹਵਾ ਦੇ ਵਿੱਚ ਛੱਡ ਦਈਏ, ਤਾਂ ਹਵਾ ਦੇ ਵਿੱਚ ਮੌਜੂਦ ਆਕਸੀਜਨ ਗੈਸ ਇਸ ਦੇ ਨਾਲ ਕਿਰਿਆ ਕਰਕੇ ਆਕਸੀਕਰਨ ਕਰ ਦੇਵੇਗੀ। ਸਾਡੇ ਕੋਲ 4 ਆਪਸ਼ਨ ਆ, ਅਸੀਂ ਇਹ ਦੱਸਣਾ ਹੈ ਕਿ ਇੱਦਾਂ ਦੇ ਚਿਪਸ ਵਗੈਰਾ ਜਾਂ ਆਇਲੀ ਸਬਸਟੈਂਸਸ ਨੂੰ ਫਰੈਸ਼ ਰੱਖਣ ਦੇ ਲਈ ਅਸੀਂ ਕਿਹੜੀ ਗੈਸ ਦਾ ਉਪਯੋਗ ਕਰਾਂਗੇ। ਆਕਸੀਜਨ ਗੈਸ ਦਾ ਤਾਂ ਬੱਚਿਓ ਬਿਲਕੁਲ ਵੀ ਨਹੀਂ ਕਰਾਂਗੇ, ਕਿਉਂਕਿ ਆਕਸੀਜਨ ਗੈਸ ਜਿਹੜੀ ਆ ਉਹ ਆਕਸੀਕਰਨ ਕਰ ਦਿੰਦੀ ਆ, ਜਿਸ ਦੇ ਨਾਲ ਸਾਡੇ ਉਸ ਫੂਡ ਦੇ ਵਿੱਚੋਂ, ਉਸ ਆਇਲੀ ਫੂਡ ਦੇ ਵਿੱਚੋਂ ਜਿਹੜੀ ਆ ਦੁਰਗੰਧ ਆਉਣ ਲੱਗ ਜਾਵੇਗੀ। ਤੁਸੀਂ ਇੱਥੇ ਮਸ਼ੀਨ ਦੇਖ ਸਕਦੇ ਹੋ, ਚਿਪਸ ਵਗੈਰਾ ਦੇ ਵਿੱਚ ਨਾਈਟ੍ਰੋਜਨ ਜਾਂ ਫਿਰ ਹੀਲੀਅਮ ਗੈਸ ਜਿਹੜੀ ਆ ਉਹ ਫਲਸ਼ ਕਰ ਸਕਦੇ ਆ, ਤਾਂ ਕਿ ਉਸ ਦੇ ਵਿੱਚ ਕੋਈ ਆਕਸੀਜਨ ਗੈਸ ਜਿਹੜੀ ਆ ਉਹ ਨਾ ਰਵੇ। ਤਾਂ ਦੈਟਸ ਵਾਈ ਚਿਪਸ ਪੈਕਟ ਆਰ ਫਲਸ਼ਡ ਵਿਦ ਨਾਈਟ੍ਰੋਜਨ ਐਂਡ ਹੀਲੀਅਮ ਗੈਸਿਸ ਵਿਚ ਆਰ ਅਨਰੀਐਕਟਿਵ, ਇਨਰਟ ਹੁੰਦੀ ਹੈ ਬੱਚਿਓ, ਅਕਿਰਿਆਸ਼ੀਲ ਹੁੰਦੀ ਹੈ ਇਹ। ਹੀਲੀਅਮ ਕਿਉਂਕਿ ਇਸਦਾ ਲਾਸਟ ਸ਼ੈਲ ਪੂਰਾ ਭਰਿਆ ਹੁੰਦਾ, ਨਾਈਟ੍ਰੋਜਨ ਜਿਹੜਾ ਆਪਣੇ ਹੀ ਐਟਮ ਨਾਲ ਟ੍ਰਿਪਲ ਬੌਂਡ ਬਣਾਇਆ ਹੁੰਦਾ, ਇਹ ਤੁਸੀਂ ਅੱਗੇ ਵੀ ਪੜ੍ਹੋਗੇ, ਇਸ ਕਰਕੇ ਅਨਰੀਐਕਟਿਵ ਹੁੰਦੀਆਂ, ਕਿਸੇ ਨਾਲ ਰਿਐਕਟ ਨਹੀਂ ਕਰਦੀਆਂ। ਤਾਂ ਸਭ ਤੋਂ ਢੁਕਵੀਂ ਆਪਸ਼ਨ ਇੱਥੇ ਬੱਚਿਓ ਡੀ ਹੀ ਆ, ਹੀਲੀਅਮ ਔਰ ਨਾਈਟ੍ਰੋਜਨ। ਬਾਕੀ ਤੁਸੀਂ ਦੇਖ ਸਕਦੇ ਹੋ ਪਹਿਲੀਆਂ ਦੋ ਤਾਂ ਹੋ ਹੀ ਨਹੀਂ ਸਕਦੀਆਂ, ਕਿਉਂਕਿ ਆਕਸੀਜਨ ਆਉਂਦਾ ਪਿਆ ਉਹਦੇ ਵਿੱਚ, CO2 ਵੀ ਜਿਹੜੀ ਆ ਉਹ ਨਹੀਂ ਹੋਵੇਗੀ, ਕਿਉਂਕਿ ਉਹ ਵੀ ਕਿਰਿਆਸ਼ੀਲ ਆ, ਰਿਐਕਟ ਕਰ ਜਾਂਦੀ ਹੈ, ਪਾਣੀ ਦੇ ਨਾਲ ਰਿਐਕਟ ਕਰਕੇ ਕਾਰਬੋਨਿਕ ਐਸਿਡ ਬਣਾਉਂਦੀ ਹੈ। ਅੱਛਾ, ਇਲੈਕਟ੍ਰੋਲਾਈਸਿਸ ਆਫ ਵਾਟਰ ਇਜ਼ ਅ ਡੀਕੰਪੋਜੀਸ਼ਨ ਰਿਐਕਸ਼ਨ। ਤੁਸੀਂ ਬੱਚਿਓ ਪਾਣੀ ਦਾ ਬਿਜਲਈ ਅਪਘਟਨ ਦੀ ਰਿਐਕਸ਼ਨ ਕੀਤੀ ਹੋਵੇਗੀ। ਦ ਮੋਲ ਰੇਸ਼ੋ ਆਫ ਹਾਈਡਰੋਜਨ ਐਂਡ ਆਕਸੀਜਨ ਗੈਸ ਲਿਬਰੇਟਡ ਡਿਊਰਿੰਗ ਦ ਇਲੈਕਟ੍ਰੋਲਾਈਸਿਸ ਆਫ ਵਾਟਰ ਇਜ਼, ਮਤਲਬ ਕਿੰਨੀ ਮਾਤਰਾ ਦੇ ਵਿੱਚ ਹਾਈਡਰੋਜਨ ਗੈਸ ਤੇ ਆਕਸੀਜਨ ਗੈਸ ਦੀ ਰੇਸ਼ੋ ਜਿਹੜੀ ਆ ਪੈਦਾ ਹੁੰਦੀ ਹੈ। ਤਾਂ ਇੱਥੇ ਬੱਚਿਓ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਪਾਣੀ ਦਾ ਬਿਜਲਈ ਅਪਘਟਨ ਦੇ ਲਈ ਅਸੀਂ ਇੱਦਾਂ ਬੁੱਕ ਦੇ ਵਿੱਚ ਵੀ ਪੜ੍ਹਿਆ ਹੋਇਆ, ਅਨੋਡ ਕੈਥੋਡ ਟਿਊਬਸ ਲਗਾਈਆਂ ਹੁੰਦੀਆਂ। ਤਾਂ ਇਹ ਇਲੈਕਟ੍ਰੋਲਾਈਸਿਸ ਆਫ ਵਾਟਰ ਹੁੰਦਾ ਪਿਆ, ਪਾਣੀ ਦਾ ਬਿਜਲਈ ਅਪਘਟਨ। ਪਾਣੀ ਦਾ ਬਿਜਲਈ ਅਪਘਟਨ ਦੇ ਵਿੱਚ ਅਗਰ ਤੁਸੀਂ ਦੇਖੋ ਤਾਂ 2H2O, ਜਦੋਂ ਉਸਨੂੰ ਇਲੈਕਟ੍ਰੀਸਿਟੀ ਦਿੰਦੇ, H2O ਮਤਲਬ ਵਾਟਰ, ਪਾਣੀ ਨੂੰ ਜਦੋਂ ਅਸੀਂ ਇਲੈਕਟ੍ਰੀਸਿਟੀ ਦਿੰਦੇ ਆ ਤਾਂ ਹਾਈਡਰੋਜਨ ਗੈਸ ਬਣਦੀ ਹੈ, ਲੇਕਿਨ ਇਹ ਹਾਈਡਰੋਜਨ ਗੈਸ ਕੈਥੋਡ ਤੇ ਬਣਦੀ ਹੈ, ਤੇ O2 ਜਿਹੜੀ ਗੈਸ ਆ, ਆਕਸੀਜਨ ਗੈਸ, ਉਹ ਐਨੋਡ ਤੇ ਬਣਦੀ ਹੈ। ਲੇਕਿਨ ਇੱਥੇ ਤੁਸੀਂ ਅਗਰ ਰਿਐਕਸ਼ਨ ਦੇਖੋਗੇ ਤਾਂ ਹਾਈਡਰੋਜਨ H2 ਜਿਹੜੀ ਗੈਸ ਆ ਉਹ ਦੁੱਗਣੀ ਬਣਦੀ ਪਈ ਹੈ। ਅਗਰ ਤੁਸੀਂ ਰਿਐਕਸ਼ਨ ਨੂੰ ਬੈਲੈਂਸ ਕਰੋਗੇ ਤਾਂ ਇੱਥੇ ਦੇਖੋ ਕਿ ਹਾਈਡਰੋਜਨ ਗੈਸ ਜਿਹੜੀ ਆ ਉਹ ਦੁੱਗਣੀ ਬਣਦੀ ਪਈ ਆ, ਆਕਸੀਜਨ ਦੇ ਅੱਗੇ 1 ਲੱਗਾ ਹੋਇਆ, ਜਾਂ ਅਗਰ ਕੁਛ ਨਾ ਵੀ ਲਗਾਓ ਇਹਦਾ ਮਤਲਬ 1 ਆ, ਲੇਕਿਨ H2 ਦੇ ਮੂਹਰੇ ਤੁਸੀਂ ਦੇਖੋ 2 ਆ, ਤਾਂ ਇਹਦਾ ਮਤਲਬ ਹਾਈਡਰੋਜਨ ਗੈਸ ਦੁੱਗਣੀ ਬਣਦੀ ਪਈ। ਈਵਨ ਤੁਸੀਂ ਅਗਰ ਆਹ ਪਿਕਚਰ ਦੇ ਵਿੱਚ ਦੇਖੋਗੇ ਤਾਂ ਜਿੱਥੇ ਹਾਈਡਰੋਜਨ ਤੁਸੀਂ ਦੇਖੋ, ਹਾਈਡਰੋਜਨ ਦੀ ਆ ਜਿਹੜੀ ਵੋਲਿਊਮ ਆ ਉਹ ਜ਼ਿਆਦਾ ਹੈ ਦਿਖਾਈ ਗਈ ਹੈ, ਤੇ ਆਕਸੀਜਨ ਦੀ ਜਿਹੜੀ ਵੋਲਿਊਮ, ਆਕਸੀਜਨ ਗੈਸ ਦੀ ਵੋਲਿਊਮ ਜਿਹੜੀ ਦਿਖਾਈ ਗਈ ਹੈ ਬੱਚੇ, ਉਹ ਘੱਟ ਦਿਖਾਈ ਗਈ ਹੈ। ਤਾਂ ਹਾਈਡਰੋਜਨ ਗੈਸ ਜਿਹੜੀ ਆ ਉਹ ਜ਼ਿਆਦਾ ਉਤਪੰਨ ਹੁੰਦੀ ਪਈ, ਦੁੱਗਣੀ ਮਾਤਰਾ 'ਚ ਉਤਪੰਨ ਹੁੰਦੀ ਪਈ। ਤਾਂ ਕਿਉਂਕਿ ਹਾਈਡਰੋਜਨ ਗੈਸ ਦੁੱਗਣੀ ਮਾਤਰਾ ਵਿੱਚ ਬਣ ਰਹੀ ਹੈ, ਤਾਂ ਆਕਸੀਜਨ ਦੇ ਮੁਕਾਬਲੇ, ਮਤਲਬ ਆਕਸੀਜਨ ਦੇ ਮੁਕਾਬਲੇ ਹਾਈਡਰੋਜਨ ਗੈਸ ਜਿਹੜੀ ਆ ਉਹ ਦੁੱਗਣੀ ਬਣਦੀ ਪਈ ਹੈ। ਇਸ ਲਈ ਰੇਸ਼ੋ ਜਿਹੜੀ ਹੋਵੇਗੀ H2 ਰੇਸ਼ੋ O2, ਉਹ 2:1 ਹੋਵੇਗੀ। ਤਾਂ ਆਪਸ਼ਨ ਸਾਡੇ ਕੋਲ B ਜਿਹੜੀ ਆ ਉਹ ਕਰੈਕਟ ਆਪਸ਼ਨ ਆ। ਸੋ ਕਰੈਕਟ ਆਪਸ਼ਨ ਇਜ਼ B, 2:1, ਕਿਉਂਕਿ ਉਸਨੇ ਪਹਿਲਾਂ ਹਾਈਡਰੋਜਨ ਪੁੱਛਿਆ, ਫਿਰ ਆਕਸੀਜਨ ਦੀ ਰੇਸ਼ੋ ਪੁੱਛੀ ਆ। ਸੋ ਹਾਈਡਰੋਜਨ ਦੀ ਰੇਸ਼ੋ 2:1। ਬੱਚੋ ਇੱਥੇ ਮੈਂ ਇੱਕ ਹੋਰ ਪੁਆਇੰਟ ਕਲੀਅਰ ਕਰਨਾ ਚਾਹੂੰਗਾ। ਇੱਥੇ ਤੁਸੀਂ ਇਸ ਆਨਸਰ ਨੂੰ ਕਿੱਦਾਂ ਯਾਦ ਰੱਖ ਸਕਦੇ ਹੋ, ਉਹ ਐੜੇ ਤੋਂ 3 ਐੜੇ ਯਾਦ ਰੱਖ ਲੈਣੇ। ਐੜੇ ਤੋਂ ਆਕਸੀਜਨ, ਐੜੇ ਤੋਂ ਐਨੋਡ, ਐੜੇ ਤੋਂ ਅੱਧੀ। ਮਤਲਬ ਕੀ ਹੈ ਕਿ ਜਿਹੜੀ ਆਕਸੀਜਨ ਗੈਸ ਆ, ਜੋ ਕਿ ਜਿਹਦਾ ਸਪੈਲਿੰਗ ਐੜੇ ਤੋਂ ਆ, ਤਾਂ ਆਕਸੀਜਨ ਗੈਸ ਜਿਹੜੀ ਆ ਉਹ ਐਨੋਡ ਤੇ ਹੀ ਬਣੇਗੀ, ਕਿਉਂਕਿ ਆਕਸੀਜਨ ਖੁਦ ਇੱਕ ਨੈਗੇਟਿਵ ਆ, ਐਨੋਡ ਪੋਜ਼ਿਟਿਵ ਆ, ਤਾਂ ਉਧਰਲੇ ਪਾਸੇ ਬਣੇਗੀ। ਤਾਂ ਐੜੇ ਤੋਂ ਆਕਸੀਜਨ, ਐੜੇ ਤੋਂ ਐਨੋਡ, ਤੇ ਬਣੇਗੀ ਵੀ ਹਾਈਡਰੋਜਨ ਤੋਂ ਅੱਧੀ। ਤਾਂ ਐੜੇ ਤੋਂ ਅੱਧੀ, ਇਹ ਤਿੰਨੇ ਚੀਜ਼ਾਂ ਬੱਚਿਓ ਤੁਸੀਂ ਯਾਦ ਰੱਖ ਲੈਣੀਆਂ, ਐੜੇ ਤੋਂ ਆਕਸੀਜਨ, ਐੜੇ ਤੋਂ ਐਨੋਡ, ਐੜੇ ਤੋਂ ਅੱਧੀ। ਤੇ ਦੂਜੇ ਪਾਸੇ ਬਚਿਆ ਕੈਥੋਡ, ਉਧਰ ਕੀ ਬਣੇਗੀ, ਹਾਈਡਰੋਜਨ। ਉਹ ਇਹ ਜੇਕਰ ਆਕਸੀਜਨ ਅੱਧੀ ਬਣਦੀ ਪਈ ਆ, ਉਹ ਕੀ ਬਣੇਗੀ, ਆਕਸੀਜਨ ਨਾਲੋਂ ਦੁੱਗਣੀ, ਤੇ ਹਾਈਡਰੋਜਨ ਗੈਸ ਉਧਰਲੇ ਪਾਸੇ ਤਾਂ ਹੈਗੀ ਹੈ। ਤਾਂ ਪਾਣੀ ਦਾ ਬਿਜਲਈ ਅਪਘਟਨ ਬੱਚਿਓ ਤੁਸੀਂ ਏਦਾਂ ਯਾਦ ਰੱਖ ਸਕਦੇ। ਨੈਕਸਟ ਅਸੀਂ ਦੇਖ ਲੈਂਦੇ ਹਾਂ, ਵਿਚ ਆਫ ਦਾ ਫੋਲੋਇੰਗ ਰਿਐਕਸ਼ਨ ਆਰ ਐਗਜ਼ੋਥਰਮਿਕ। ਐਗਜ਼ੋਥਰਮਿਕ ਬੱਚਿਓ ਉਹ ਰਿਐਕਸ਼ਨ ਹੁੰਦੀ ਆ, ਐਗਜ਼ੋ ਮੀਨਸ ਐਗਜ਼ਿਟ, ਐਗਜ਼ਿਟ ਦਾ ਮਤਲਬ ਬਾਹਰ ਨਿਕਲਣਾ, ਥਰਮ ਮੀਨ ਤਾਪ, ਮਤਲਬ ਤਾਪ ਊਰਜਾ ਦਾ ਬਾਹਰ ਨਿਕਲਣਾ। ਕਿਸੇ ਵੀ ਕੈਮੀਕਲ ਰਿਐਕਸ਼ਨ 'ਚ ਅਗਰ ਤਾਪ ਊਰਜਾ ਬਾਹਰ ਨਿਕਲਦੀ ਪਈ ਆ, ਅਸੀਂ ਉਸ ਰਿਐਕਸ਼ਨ ਨੂੰ ਐਗਜ਼ੋਥਰਮਿਕ ਪ੍ਰੋਸੈਸ ਕਹਿੰਦੇ। ਤਾਂ ਅੱਜ ਸਾਡੇ ਕੋਲ 4 ਆਪਸ਼ਨ ਆ, 4 ਆਪਸ਼ਨਾਂ ਵਿੱਚੋਂ ਅਸੀਂ ਇਹ ਦੱਸਣਾ ਕਿ ਕਿਹੜੀ ਰਿਐਕਸ਼ਨ ਐਗਜ਼ੋਥਰਮਿਕ ਆ।
ਸਭ ਤੋਂ ਪਹਿਲੀ ਰਿਐਕਸ਼ਨ ਆਫ ਵਾਟਰ ਵਿਦ ਕੁਇਕ ਲਾਈਮ, ਚੂਨੇ ਨੂੰ ਜਦੋਂ ਚੂਨੇ ਨੂੰ ਅਸੀਂ ਪਾਣੀ ਵਿੱਚ ਪਾ ਦਿੰਦੇ ਹਾਂ, ਕੈਲਸ਼ੀਅਮ ਆਕਸਾਈਡ ਨੂੰ ਜਦੋਂ ਅਸੀਂ ਪਾਣੀ 'ਚ ਪਾ ਦਿੰਦੇ, ਤੁਹਾਨੂੰ ਪਤਾ ਬੱਚਿਓ ਹੀਟ ਬਾਹਰ ਨਿਕਲਦੀ ਆ। ਅਗਰ ਤੁਸੀਂ ਕਿਤਾਬ 'ਚ ਵੀ ਦੇਖਿਆ ਹੋਵੇ ਤਾਂ ਆਹ ਡਾਇਗਰਾਮ ਬਣੀ ਹੋਈ ਆ, ਹੱਥ ਅਸੀਂ ਕੋਲ ਲੈ ਕੇ ਜਾਵਾਂਗੇ ਤਾਂ ਸਾਨੂੰ ਤਾਪ ਮਹਿਸੂਸ ਹੋਵੇਗਾ। ਡਿਲੂਸ਼ਨ ਆਫ ਐਨ ਐਸਿਡ ਹੈ ਬੱਚਿਓ, ਤੁਸੀਂ ਅਗਰ ਹਜੇ ਨਹੀਂ ਪੜ੍ਹਿਆ, ਵੈਸੇ ਸੈਕੰਡ ਚੈਪਟਰ 'ਚ ਇਹ ਵੀ ਹੈ ਕਿ ਡਾਇਲੂਸ਼ਨ ਆਫ ਐਨ ਐਸਿਡ, ਜਦੋਂ ਅਸੀਂ ਐਸਿਡ ਇਨ ਵਾਟਰ ਮਤਲਬ ਪਾਣੀ ਦੇ ਵਿੱਚ ਜਦੋਂ ਅਸੀਂ ਤੇਜ਼ਾਬ ਪਾਉਂਦੇ ਆ ਤਾਂ ਉਹ ਵੀ ਇੱਕ ਐਗਜ਼ੋਥਰਮਿਕ ਪ੍ਰੋਸੈਸ ਹੀ ਹੁੰਦਾ ਆ, ਹੀਟ ਤਾਪ ਜਿਹੜਾ ਬਾਹਰ ਨਿਕਲਦਾ। ਤੀਸਰਾ ਹੈਗਾ ਇਵੈਪੋਰੇਸ਼ਨ ਆਫ ਵਾਟਰ, ਜਦੋਂ ਵਾਸ਼ਪਣ ਕਿਰਿਆ ਹੁੰਦੀ ਹੈ ਬੱਚਿਓ ਅਸੀਂ ਹੀਟ ਦਿੰਦੇ ਆ, ਮਤਲਬ ਹੀਟ ਬਾਹਰ ਨਹੀਂ ਨਿਕਲਦੀ, ਉਹ ਤਾਂ ਅਸੀਂ ਦਿੰਦੇ ਆ ਤਾਂ ਕਿ ਉਸਦੇ ਵਾਸ਼ਪ ਜਿਹੜੇ ਆ ਉਹ ਪ੍ਰੋਡਿਊਸ ਹੋਣ, ਉਹਦੇ ਵੇਪਰ ਜਿਹੜੇ ਆ ਪੈਦਾ ਹੋਣ। ਲਾਸਟ ਹੈਗੀ ਸਬਲੀਮੇਸ਼ਨ ਆਫ ਕੈਂਫਰ, ਜੋੜ ਬਣਾਉਣ ਕਿਰਿਆ, ਉਹਦੇ ਵਿੱਚ ਵੀ ਬੱਚਿਓ ਅਸੀਂ ਹੀਟ ਜਿਹੜੀ ਆ ਉਹ ਦਿੰਦੇ ਆ। ਤਾਂ ਨਾ ਤਾਂ ਤੀਜੀ ਆਪਸ਼ਨ ਹੋ ਸਕਦੀ ਹੈ, ਨਾ ਹੀ ਚੌਥੀ ਆਪਸ਼ਨ ਹੋ ਸਕਦੀ ਹੈ। ਤਾਂ ਬਚੀਆਂ ਪਹਿਲੀਆਂ ਦੋ ਆਪਸ਼ਨਾਂ 1 ਐਂਡ 2, ਤਾਂ ਆਨਸਰ ਹੋ ਗਿਆ ਸਾਡੇ ਕੋਲ ਬੱਚਿਓ A। ਸੋ ਦਾ ਕਰੈਕਟ ਆਪਸ਼ਨ ਇਜ਼ ਆਨਸਰ A। ਮੈਨੂੰ ਉਮੀਦ ਹੈ ਬੱਚਿਓ ਤੁਹਾਨੂੰ ਇਹ ਸਾਰਾ ਸਮਝ ਲੱਗ ਗਿਆ ਹੋਵੇਗਾ। ਨੈਕਸਟ ਕੁਐਸਚਨ ਅਸੀਂ ਦੇਖਦੇ ਹਾਂ, ਰਾਈਟ ਦਾ ਬੈਲੈਂਸਡ ਕੈਮੀਕਲ ਇਕੁਏਸ਼ਨ ਫॉर द ਫॉलोइंग ਰਿਐਕਸ਼ਨ ਐਂਡ ਆਇਡੈਂਟੀਫਾਈ ਦ ਟਾਈਪ ਆਫ ਰਿਐਕਸ਼ਨ ਇਨ ਈਚ ਕੇਸ। ਨਾਈਟ੍ਰੋਜਨ ਗੈਸ ਇਜ਼ ਟ੍ਰੀਟਡ ਵਿਦ ਹਾਈਡਰੋਜਨ ਗੈਸ ਇਨ ਦ ਪ੍ਰੈਜ਼ੈਂਸ ਆਫ ਕੈਟਾਲਿਸਟ ਐਟ 773 ਕੈਲਵਿਨ ਟੂ ਫਾਰਮ ਅਮੋਨੀਆ ਗੈਸ। ਹੁਣ ਬੱਚਿਓ ਇੱਥੇ ਅਸੀਂ ਬੈਲੈਂਸਡ ਕੈਮੀਕਲ ਇਕੁਏਸ਼ਨ ਲਿਖਣੀ ਆ, ਪਰ ਉਸ ਦੇ ਲਈ ਸਾਨੂੰ ਕੁਝ ਬੇਸਿਕ ਨਿਯਮ ਪਤਾ ਹੋਣੇ ਚਾਹੀਦੇ, ਜਿੱਦਾਂ ਕਿ ਨਾਈਟ੍ਰੋਜਨ N ਫਾਰਮ 'ਚ ਐਗਜ਼ਿਸਟ ਨਹੀਂ ਕਰਦਾ, ਹਾਈਡਰੋਜਨ H ਫਾਰਮ ਦੇ ਵਿੱਚ ਐਗਜ਼ਿਸਟ ਨਹੀਂ ਕਰਦਾ, ਐਟੋਮਿਕ ਫਾਰਮ 'ਚ ਐਗਜ਼ਿਸਟ ਨਹੀਂ ਕਰਦੇ, ਮਤਲਬ ਇਹ ਇੰਡੀਪੈਂਡੈਂਟ ਐਗਜ਼ਿਸਟ ਨਹੀਂ ਕਰਦੇ, ਤੇ ਇਹ ਐਗਜ਼ਿਸਟ ਕਰਦੇ ਆ ਮੋਲੀਕੂਲਰ ਫਾਰਮ ਦੇ ਵਿੱਚ। ਦੇ ਡਜ਼ ਨਾਟ ਐਗਜ਼ਿਸਟ ਇਨ ਐਟੋਮਿਕ ਫਾਰਮ ਔਰ ਇਨ ਇੰਡੀਪੈਂਡੈਂਟ ਫਾਰਮ, ਇਹ ਨਹੀਂ ਐਗਜ਼ਿਸਟ ਕਰਦੇ, ਦੇ ਐਗਜ਼ਿਸਟ ਓਨਲੀ ਇਨ ਮੋਲੀਕੂਲਰ ਫਾਰਮ, ਮਤਲਬ N2 ਤੇ H2 ਦੇ ਮੋਲੀਕੂਲਰ ਫਾਰਮ ਦੇ ਵਿੱਚ ਇਹ ਨੇਚਰ ਦੇ ਵਿੱਚ ਐਗਜ਼ਿਸਟ ਕਰਦੇ। ਦੂਸਰੇ ਪਾਸੇ ਹੁਣ ਜੇਕਰ N ਤੇ H ਰਿਐਕਟ ਕਰੂਗੇ ਤਾਂ ਫਾਰਮੂਲਾ ਬਣੂਗਾ ਅਮੋਨੀਆ। ਉਸ ਦੇ ਲਈ ਸਾਨੂੰ ਸੰਯੋਜਕਤਾ ਦਾ ਪਤਾ ਜ਼ਰੂਰ ਹੋਣਾ ਚਾਹੀਦਾ, ਜਿੱਦਾਂ N ਨਾਈਟ੍ਰੋਜਨ ਦੀ ਜਿਹੜੀ ਸੰਯੋਜਕਤਾ ਹੈ ਵੈਲੈਂਸੀਆ ਉਹ 3 ਹੁੰਦੀ, ਹਾਈਡਰੋਜਨ ਦੀ ਸੰਯੋਜਕਤਾ ਜਿਹੜੀ ਆ ਉਹ 1 ਹੁੰਦੀ ਆ। ਜੇਕਰ ਅਸੀਂ ਇਹਦੀ ਕ੍ਰਿਸ ਕ੍ਰੋਸ ਕਰਾ ਦਈਏ ਮਲਟੀਪਲਾਈ ਤਾਂ ਫਾਰਮੂਲਾ ਸਾਡੇ ਕੋਲ NH3 ਬਣ ਜਾਵੇਗਾ। ਇਹ ਆ ਬੱਚਿਓ ਅਮੋਨੀਆ ਦਾ ਫਾਰਮੂਲਾ। ਤਾਂ ਹੁਣ ਸਾਡੇ ਕੋਲ ਜਿਹੜੀ ਸਕੈਲੇਟਲ ਜਾਂ ਅਨਬੈਲੈਂਸਡ ਰਿਐਕਸ਼ਨ ਬਣੇਗੀ ਉਹ ਹੋਏਗੀ N2, ਕਿਉਂਕਿ ਨਾਈਟ੍ਰੋਜਨ ਮਿਲਦੀ ਹੀ ਇੱਦਾਂ ਹੀ ਆ, ਪਲੱਸ H2 ਕਿਉਂਕਿ ਉਹ ਵੀ ਇੱਦਾਂ ਹੀ ਮਿਲਦੀ ਆ, ਤੇ ਦੋਵੇਂ ਹੀ ਜਦੋਂ ਰਿਐਕਟ ਕਰਦੇ ਹੋ NH3 ਬਣ ਜਾਵੇਗਾ, ਅਮੋਨੀਆ ਬਣ ਜਾਵੇਗਾ। ਉਹਦਾ ਫਾਰਮੂਲਾ ਅਸੀਂ ਇੱਦਾਂ ਰੱਖਿਆ ਹੋਇਆ। ਹੁਣ ਜਦੋਂ ਅਸੀਂ ਸਕੈਲੇਟਲ ਇਕੁਏਸ਼ਨ ਬਣਾ ਲਈ ਤਾਂ ਅਸੀਂ ਫਾਰਮੂਲੇ ਨੂੰ ਨਹੀਂ ਚੇਂਜ ਕਰ ਸਕਦੇ, ਅਸੀਂ ਇਹਨਾਂ ਦੇ ਮੂਹਰੇ ਕੁਝ ਲਗਾ ਸਕਦੇ ਹਾਂ ਬੈਲੈਂਸ ਕਰਨ ਦੇ ਲਈ। ਤਾਂ ਬੈਲੈਂਸਿੰਗ ਦੇ ਲਈ ਬੈਲੈਂਸਡ ਰਿਐਕਸ਼ਨ ਕਿੱਦਾਂ ਹੋਗੀ ਕਿ ਅਗਰ H2 ਦੇ ਮੂਹਰੇ ਅਸੀਂ 3 ਲਗਾ ਦਈਏ ਤੇ NH3 ਦੇ ਮੂਹਰੇ ਅਗਰ ਅਸੀਂ 2 ਲਗਾ ਦਈਏ ਤਾਂ ਜਿਹੜੀ ਰਿਐਕਸ਼ਨ ਆ ਬੈਲੈਂਸ ਹੋ ਚੁੱਕੀ ਹੈ। ਇੱਧਰਲੇ ਪਾਸੇ ਨਾਈਟ੍ਰੋਜਨ ਦੇ ਉਹ 2 ਐਟਮ ਆ, ਪ੍ਰੋਡਕਟ ਵਾਲੀ ਸਾਈਡ ਵੀ 2 ਆ, ਰਿਐਕਟੈਂਟ ਵਾਲੀ ਸਾਈਡ ਹਾਈਡਰੋਜਨ ਦੇ 6 ਐਟਮ ਆ, ਤੇ ਪ੍ਰੋਡਕਟ ਵਾਲੀ ਸਾਈਡ ਵੀ ਹਾਈਡਰੋਜਨ ਦੇ 6 ਐਟਮਸ। ਤਾਂ ਇਹ ਇੱਕ ਕੰਬੀਨੇਸ਼ਨ ਰਿਐਕਸ਼ਨ ਵੀ ਆ ਬੱਚਿਓ, ਕਿਉਂਕਿ ਦੋ ਅਭਿਕਾਰਕ ਜੁੜ ਕੇ ਇੱਕ ਉਤਪਾਦ ਬਣਾਉਂਦੇ ਪਏ ਆ। ਸੋ ਵੈਨ 2 or more reactants combine together to form only a single product, this type of reaction is known as combination reaction। ਇਹ ਬੱਚਿਓ ਤੁਹਾਨੂੰ ਸਮਝ ਸਾਰਾ ਲੱਗ ਗਿਆ ਹੋਵੇਗਾ। ਮੈਨੂੰ ਉਮੀਦ ਹੈ ਕਿ ਕਿੱਦਾਂ ਇਕੁਏਸ਼ਨ ਬਣਾਉਣੀ ਹੈ ਤੇ ਕਿੱਦਾਂ ਉਹਨੂੰ ਬੈਲੈਂਸ ਕਰਨਾ ਹੈ ਇਹ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ। ਨੈਕਸਟ ਅਸੀਂ ਦੇਖਦੇ ਹਾਂ, ਬਿਲਕੁਲ ਇੱਦਾਂ ਦਾ ਹੀ ਕੁਐਸਚਨ ਹੈ ਕਿ ਮੈਗਨੀਸ਼ੀਅਮ ਰਿਬਨ ਇਜ਼ ਬਰਨਟ ਇਨ ਐਟਮੋਸਫੇਅਰ ਆਫ ਨਾਈਟ੍ਰੋਜਨ ਗੈਸ ਟੂ ਫਾਰਮ ਸੋਲਿਡ ਮੈਗਨੀਸ਼ੀਅਮ ਨਾਈਟ੍ਰਾਈਡ। ਮੈਗਨੀਸ਼ੀਅਮ ਨੂੰ ਬਰਨ ਕੀਤਾ ਗਿਆ ਲੇਕਿਨ ਨਾਈਟ੍ਰੋਜਨ ਗੈਸ ਦੀ ਪ੍ਰੈਜ਼ੈਂਸ ਦੇ ਵਿੱਚ। ਹੁਣ ਸਾਨੂੰ ਪਤਾ ਕਿ ਮੈਗਨੀਸ਼ੀਅਮ ਤਾਂ ਇੰਡੀਪੈਂਡੈਂਟ ਐਗਜ਼ਿਸਟ ਕਰਦਾ, ਮਤਲਬ Mg ਦੀ ਫਾਰਮ 'ਚ ਮਿਲਦਾ, ਪਰ ਜਿਹੜਾ ਨਾਈਟ੍ਰੋਜਨ ਆ ਪਿੱਛੇ ਵੀ ਅਸੀਂ ਦੇਖਿਆ ਉਹ N2 ਦੀ ਫਾਰਮ 'ਚ ਹੀ ਮਿਲਦਾ ਆ, ਮੋਲੀਕੂਲਰ ਫਾਰਮ 'ਚ ਹੀ ਮਿਲਦਾ। ਤੇ ਫਿਰ ਜਦੋਂ ਇਹ ਦੋਨੋਂ ਰਿਐਕਟ ਕਰਨਗੇ, ਮਤਲਬ ਮੈਗਨੀਸ਼ੀਅਮ ਤੇ ਨਾਈਟ੍ਰੋਜਨ ਜਦੋਂ ਰਿਐਕਟ ਕਰਨਗੇ ਇਹ ਆਪਣੀ ਵੈਲੈਂਸੀ ਦੇ ਹਿਸਾਬ ਦੇ ਨਾਲ ਫਾਰਮੂਲਾ ਬਣਾਉਣਗੇ। ਹੁਣ ਮੈਗਨੀਸ਼ੀਅਮ ਦੀ ਜਿਹੜੀ ਵੈਲੈਂਸੀ ਹੁੰਦੀ ਬੱਚਿਓ ਹੁੰਦੀ ਆ 2, ਨਾਈਟ੍ਰੋਜਨ ਦੀ ਜਿਹੜੀ ਵੈਲੈਂਸੀ ਹੁੰਦੀ ਆ ਉਹ ਹੁੰਦੀ ਆ 3, ਕਿਉਂਕਿ ਤੁਸੀਂ 9ਵੀਂ 'ਚ ਪੜ੍ਹ ਚੁੱਕੇ, ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣ ਮੈਗਨੀਸ਼ੀਅਮ ਦੀ ਜਿਹੜੀ ਵੈਲੈਂਸੀ ਆ 2 ਆ, ਉਹ ਨਾਈਟ੍ਰੋਜਨ ਦੇ ਪੈਰ 'ਤੇ ਚਲੀ ਜਾਣੀ ਆ, ਤੇ ਜਿਹੜੀ ਨਾਈਟ੍ਰੋਜਨ ਦੀ ਵੈਲੈਂਸੀ 3 ਆ ਉਹ ਮੈਗਨੀਸ਼ੀਅਮ ਦੇ ਪੈਰ 'ਚ ਚਲੀ ਜਾਣੀ ਆ। ਤੇ ਜਿਹੜਾ ਫਾਰਮੂਲਾ ਬਣ ਜਾਏਗਾ ਉਹ ਬਣੇਗਾ Mg3N2, ਦੈਟ ਇਜ਼ ਮੈਗਨੀਸ਼ੀਅਮ ਨਾਈਟ੍ਰਾਈਡ। ਹੁਣ ਜਿਹੜੀ ਅਨਬੈਲੈਂਸਡ ਇਕੁਏਸ਼ਨ ਬਣੇਗੀ ਉਹ ਹੋਏਗੀ Mg plus N2 gives you Mg3N2, ਤੇ ਜੇਕਰ ਇਸ ਨੂੰ ਅਸੀਂ ਬੈਲੈਂਸ ਕਰਨਾ ਚਾਹੁੰਦੇ ਆ ਤਾਂ ਉਹ ਬਣ ਜਾਏਗੀ 3Mg plus N2 gives you Mg3N2, ਦੈਟ ਇਜ਼ ਮੈਗਨੀਸ਼ੀਅਮ ਨਾਈਟ੍ਰਾਈਡ। ਹੁਣ ਮੈਗਨੀਸ਼ੀਅਮ ਦੇ ਇੱਧਰਲੇ ਪਾਸੇ ਪ੍ਰੋਡਕਟ ਵਾਲੀ ਸਾਈਡ ਦੇਖੋ ਤੁਸੀਂ 3 ਜਿਹੜੇ ਆ ਉਹ ਐਟਮਸ ਹੈਗੇ ਆ, ਰਿਐਕਟੈਂਟ ਵਾਲੀ ਸਾਈਡ ਤੇ ਵੀ 3 ਆ, ਰਿਐਕਟੈਂਟ ਵਾਲੀ ਸਾਈਡ ਤੇ ਨਾਈਟ੍ਰੋਜਨ 2 ਆ, ਉਧਰ ਪ੍ਰੋਡਕਟ ਵਾਲੀ ਸਾਈਡ ਤੇ ਵੀ ਨਾਈਟ੍ਰੋਜਨ 2 ਆ। ਇਹ ਮੈਗਨੀਸ਼ੀਅਮ ਨਾਈਟ੍ਰਾਈਡ Mg3N2 ਬਣ ਗਿਆ ਤੇ ਇਦਾਂ ਬੈਲੈਂਸਡ ਇਕੁਏਸ਼ਨ ਵੀ ਬਣ ਗਈ। ਇਹ ਵੀ ਬੱਚਿਓ ਇੱਕ ਕੰਬੀਨੇਸ਼ਨ ਰਿਐਕਸ਼ਨ ਹੀ ਆ। ਫਿਰ ਉਹੀ ਗੱਲ ਕਿ ਜਦੋਂ 2 ਜਾਂ 2 ਨਾਲੋਂ ਜ਼ਿਆਦਾ ਅਭਿਕਾਰਕ ਮਤਲਬ ਰਿਐਕਟੈਂਟ ਰਿਐਕਟ ਕਰਦੇ ਇੱਕ ਦੂਜੇ ਦੇ ਨਾਲ ਤੇ ਇੱਕ ਹੀ ਪ੍ਰੋਡਕਟ ਬਣਾਉਣ,
उसनों असीं कॉम्बीनेशन रिएक्शन बोलते हैं। नैक्सट बच्चों असीं देखना विच ऑफ द फॉलोइंग आर कंबीनेशन रिएक्शन। ये 4 रिएक्शनां दित्तियां होईयां, चारां दे विचों किहड़ी कंबीनेशन रिएक्शन हैगी आ। तो कंबीनेशन रिएक्शन असीं पहला भी देख चुके, जो 2 या 2 रिएक्टेंट रिएक्ट करके एक प्रोडक्ट बनाना। इत्थे तुसीं देख सकते हो A जमा B दोनों रिएक्टेंट रिएक्ट करके C प्रोडक्ट बनाते पे आ। तो बच्चों पहली देखो तुसीं, पहली अगर ऑप्शन देखोगे तो उस रिएक्टेंट एक का प्रोडक्ट 2 बनते पे। दूसरी ऑप्शन च देखोगे 2 रिएक्टेंट जुड़ के एक प्रोडक्ट बनता पाया। तो हाँ, दूसरी जी कॉम्बीनेशन रिएक्शन हो सकती है। तीसरी भी जी 2 एलूमीनीयम तो ऑक्सीजन जुड़ के एलूमीनीयम ऑक्साइड बनता पाया। तो दूसरी तीसरी दोनों जी ऑप्शनस हैगियां आ वो कॉम्बीनेशन रिएक्शन हैगियां साडे को। Zn प्लस FeSO4 गिव यू ZnSO4 प्लस Fe। ये एक डिसप्लेसमेंट रिएक्शन की एग्जाम्पल आ, विस्थापन की एग्जाम्पल हैगी है। तो इतने ऑप्शन जी अपने को बनती है सैकेंड एंड थर्ड, मतलब डी ऑप्शन जी बच्चे वो करैक्ट हैगी है। नैक्सट असीं देखते हैं विच ऑफ द फॉलोइंग रिएक्शन इज यूज फॉर द दिस रिएक्शन इज यूज फॉर द प्रैपरेशन ऑफ ऑक्सीजन गैस इन द लैबोरेटरी। विच ऑफ द फॉलोइंग स्टेटमेंट इज करैक्ट अबाउट द रिएक्शन। हुण तुसीं देखो रिएक्शन दे विच हुंदा की पिया आ, हीट एक्सो का मतलब की हुंदा सी बच्चों बाहर निकलना, एंडो का मतलब असी जो हीट उस रिएक्शन नूं दिन्ने पे। तो इस दे विच अगर तुसीं ध्यान नाल देखो असी हीट दिन्ने पे तो एक एंडोथर्मिक रिएक्शन है। तो इट इज़ अ डीकंपोजिशन रिएक्शन। डीकंपोजिशन मतलब जिस रिएक्टेंट एक होवे टुट के प्रोडक्ट 2 या 2 तो वध बनाता होवे। तो डीकंपोजिशन रिएक्शन भी हैगी आ, एंडोथर्मिक भी है क्योंकि असी इसनूं एनर्जी जी ताप ऊर्जा जी दिन्ने पे। इत्थे कैटालिस्ट का मतलब यह है कि जिहड़ा कि रिएक्शन की स्पीड नूं तेज कर देवे, या बेसिकली हुंदा की है कि रिएक्शन की स्पीड नूं चेंज कर देवे। पर असी ज़्यादातर वो वाले कैटालिस्ट यूज़ करते हैं जिहड़ी रिएक्शन नूं तेज कर देवे। इत्थे तेज करन दे लई ही असी ये कैटालिस्ट पाने आ। तो कॉम्बीनेशन रिएक्शन तो वो सी जिहदे विच 2 ते 2 नालों ज़्यादा हो सकता, तो बी ऑप्शन नहीं हो सकती। सी डीकंपोजिशन रिएक्शन तो है लेकिन हीट कहता निकलती पई है, नहीं बच्चों इत्थे हीट कोई नहीं निकलती पई, हीट तो सगों असीं दित्ती है। फोटोकैमिकल रिएक्शन है नहीं क्योंकि इत्थे किते भी लाइट का असीं गल कीती नहीं। सो द करैक्ट ऑप्शन इज ए, क्योंकि इस दे विच हीट एब्जॉर्ब होई आ ते जिहड़ा एक रिएक्टेंट और टुट के 2 नालों ज़्यादा प्रोडक्ट जिहड़े आ फॉर्म करदा पिया। नैक्सट बच्चों असीं देख लैंदे विच द फॉलोइंग इज नॉट अ फिजिकल चेंज। इन्हां दे विचों किहड़ा फिजिकल चेंज है नहीं। फिजिकल चेंज वो सीगा बच्चों जिहड़ा जिन्हों असीं दोबारा तो मतलब एक टाइप ना रिवर्सीबल होवे, परिवर्तन कर सकीए। तो बॉयलिंग ऑफ वाटर टू गिव वाटर वेपर्स। हुण पानी तो वाटर वेपर जे बन जाए तो वाटर वेपर तो पानी बन जाता है, तो यह फिजिकल चेंज हैगा। मैल्टिंग ऑफ आइस टू गिव वाटर, वो जिहड़ा आ वो एक फिजिकल मैल्टिंग ऑफ आइस मतलब आइस का पिघलना पानी दे विच, तो फिर पानी नूं फिर आपां जमा लीए फिर आइस बन जाएगी, ये भी जिहड़ा आ फिजिकल चेंज हैगा। डिसोल्यूशन ऑफ सॉल्ट इन वाटर मतलब पानी दे विच नमक का घुलना, जे पानी नूं उसे नमकीन पानी नूं असीं इवैपोरेट कर दईए तो पानी उड़ जाएगा, नमक रह जाएगा, तो वापस साडे कोल सॉल्ट बन गया। पर जिहड़ा कंबशन ऑफ लिक्विफाइड पेट्रोलीयम गैस आ ਉਹਦੇ ਵਿੱਚ ਇੱਕ ਕੈਮੀਕਲ ਚੇਂਜ ਹੁੰਦਾ ਹੈ, ਫਿਜ਼ੀਕਲ ਚੇਂਜ ਨਹੀਂ ਹੁੰਦਾ। ਕਿਉਂ? ਕਿਉਂਕਿ LPG ਦੇ ਵਿੱਚ 2 ਤਰ੍ਹਾਂ ਦੇ ਹਾਈਡਰੋਕਾਰਬਨਸ ਜਾਂ 2 ਤਰ੍ਹਾਂ ਦੀਆਂ ਗੈਸਾਂ ਮੌਜੂਦ ਹੁੰਦੀਆਂ, ਪ੍ਰੋਪੇਨ ਬਿਊਟੇਨ। ਇਥਾਈਲ ਮਰਕੈਪਟਨ ਵੀ ਉਹਦੇ ਵਿੱਚ ਪਾਇਆ ਜਾਂਦਾ ਤਾਂ ਕਿ ਸਮੈਲ ਆਵੇ ਉਸਦੀ ਜੇਕਰ ਉਹ ਲੀਕ ਹੁੰਦੀ ਹੋਵੇ। ਔਨ ਕੰਬਸ਼ਨ ਦੀਸ ਗੈਸਿਸ ਚੇਂਜਸ ਇਨਟੂ CO2 ਐਂਡ ਵਾਟਰ, ਤਾਂ ਇੱਕ ਨਵੇਂ ਪ੍ਰੋਡਕਟ ਜਿਹੜੇ ਆ ਉਹ ਬਣਦੇ ਆ ਜਦੋਂ LPG ਦੀ ਅਸੀਂ ਕੰਬਸ਼ਨ ਕਰਾ ਦਿੰਦੇ ਆ। ਤਾਂ ਜਿਹੜਾ फोर्थ ऑप्शन आ वो एक कैमिकल चेंज आ, फिजिकल चेंज वो नहीं हैगा। तो सो डी ऑप्शन इज करैक्ट वन। लास्ट विच अमंग द फॉलोइंग आर द फिजिकल और कैमिकल चेंजेस। इन्हां विचों किहड़े फिजिकल ते कैमिकल चेंज है? इवैपोरेशन ऑफ पेट्रोल का वाशपित होना वो बच्चों एक फिजिकल चेंज ही आ। बर्निंग ऑफ LPG का बर्न हो के असीं हुणी पढ़ के हटे आ, वो एक कैमिकल चेंज आ। हीटिंग ऑफ आयरन रोड टू रैड हॉट। हम रैड हॉट जेकर लोहा हो गया तो जो उसको ठंडा करिए दोबारा तो आयरन रोड के कन्वर्ट हो जाएगा, सो इट इज़ ऑल्सो अ फिजिकल चेंज। कर्डलिंग ऑफ मिल्क, दुध का दही च जमना वो एक कैमिकल चेंज है क्योंकि एक नवा सबसटांस फॉर्म हो गया। सब्लीमेशन ऑफ सॉलिड अमोनीयम क्लोराइड, अमोनीयम क्लोराइड का जोरडाउन क्रिया के नाल ਉਹਦੇ वाष्प बनने, वाष्पां नूं फिर असीं दोबारा तो अमोनीयम क्लोराइड च बदल सकते हैं। तो ये भी जिहड़ी क्रिया होएगी वो भौतिक परिवर्तन होएगी। मैनूं उम्मीद है बच्चों तुहानूं ये सारे क्वेश्चन समझ लग गए होणगे। अच्छा बच्चों एक होर जरूरी गल कि पंजाब अचीवमेंट सर्वे 2020 तुहानूं सब नूं पता होएगा, तुसीं सारे इहदे बारे बहुत ज़्यादा सीरीयसली प्रिपेयर भी करते होंगे। तो बच्चों इस टैसट सीरीज़ नूं जो तुहाडे चलदे पे आ बहुत ज़्यादा सीरीयसली तुसीं लैना हैगा। तो WhatsApp ते जिन्ने भी ज़्यादा तुहाडे टैसट आंदे उसनूं सॉल्व करो, रिवाइज़ करो,
ਤੇ ਨਵੇਂ ਨਵੇਂ ਤਰੀਕੇ ਸਿੱਖਦੇ ਰਹੋ ਲਰਨਿੰਗ ਦੇ। ਹੋਪ ਯੂ ਅੰਡਰਸਟੈਂਡ ਦ ਹੋਲ ਚੈਪਟਰ। ਸਟੇ ਹੋਮ, ਸਟੇ ਸੇਫ। ਥੈਂਕ ਯੂ ਬੱਚਿਓ।